ਇਹ ਜਿਹੜੀ ਬਿਮਾਰੀ ਹੈ ਬਲੱਡ ਪ੍ਰੈਸ਼ਰ, ਸਾਨੂੰ ਸਭ ਤੋਂ ਪਹਿਲੇ ਇਹ ਦੱਸੋ ਵੀ ਹੈ ਕੀ ਹੈ? ਜਿਹੜੀ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ, ਇਹ ਦੋਨਾਂ ਦੇ ਵਿੱਚ ਕੋਈ ਫਰਕ ਹੈ? ਬਲੱਡ ਪ੍ਰੈਸ਼ਰ ਅਸਲ ਵਿੱਚ ਕੋਈ ਬਿਮਾਰੀ ਨਹੀਂ ਹੈਗਾ, ਇਹ ਇੱਕ ਨਾਰਮਲ ਫਿਨੋਮੀਨਨ ਹੈ। ਆਪਾਂ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਹੈਗਾ, ਮੈਨੂੰ ਵੀ ਬਲੱਡ ਪ੍ਰੈਸ਼ਰ ਹੈਗਾ, ਤੇ ਜਿੰਨੇ ਵੀ ਲੋਕ ਦੁਨੀਆ ਵਿੱਚ ਹੈਗੇ ਸਾਰਿਆਂ ਨੂੰ ਹੀ ਬਲੱਡ ਪ੍ਰੈਸ਼ਰ ਹੈਗਾ। ਕਿਉਂਕਿ ਜਿਵੇਂ ਸਾਡਾ ਦਿਲ ਆ, ਇਸ ਦਿਲ ਦਾ ਕੰਮ ਹੈਗਾ ਖੂਨ ਨੂੰ ਸਾਡੇ ਸਰੀਰ ਦੇ ਹਰ ਹਿੱਸੇ ਵਿੱਚ ਪਹੁੰਚਾਉਣਾ ਨਾੜੀਆਂ ਦੇ ਰਸਤੇ। ਜਦ ਖੂਨ ਦਿਲ ਨੂੰ ਪਹੁੰਚਾਉਂਦਾ ਆ ਤੇ ਖੂਨ ਦਾ ਜਿਹੜਾ ਜ਼ੋਰ ਹੈਗਾ ਉਹ ਨਾੜੀਆਂ ਦੇ ਉੱਤੇ ਪੈਂਦਾ ਆ। ਜਿੱਥੇ ਜ਼ੋਰ ਪਊਗਾ ਉੱਥੇ ਦਬਾਅ ਬਣੂਗਾ। ਇਸੇ ਦਬਾਅ ਦਾ ਨਾਮ ਜਿਹੜਾ ਹੈਗਾ ਉਹ ਹੈ ਬਲੱਡ ਪ੍ਰੈਸ਼ਰ। ਤੇ ਰੇਸ ਵਿੱਚ ਜਿਵੇਂ ਉਹ 3 2 1 ਗੋ ਇੱਦਾਂ ਬੋਲਿਆ ਜਾ ਰਿਹਾ ਹੈ, ਤੇ ਉਸ ਵੇਲੇ ਵੀ ਸਾਡੀ ਜਿਹੜੀ ਹਾਰਟ ਬੀਟ ਆ, ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਉੱਤੇ ਹੋਣ ਲੱਗ ਜਾਏਗਾ, ਤਾਂ ਕਿ ਸਾਡਾ ਸਰੀਰ ਆਪਣੇ ਆਪ ਨੂੰ ਪ੍ਰੀਪੇਅਰ ਕਰ ਸਕੇ ਹਰ ਹਿੱਸੇ ਵਿੱਚ એનર્ਜੀ ਨੂੰ ਪਹੁੰਚਾਉਣ ਵਾਸਤੇ, ਖੂਨ ਨੂੰ ਪਹੁੰਚਾਉਣ ਵਾਸਤੇ, ਵਧੀਆ ਤਰੀਕੇ ਨਾਲ ਆਕਸੀਜਨ ਤੇ ਨਿਊਟ੍ਰੀਐਂਟਸ ਬੋਡੀ ਦੇ ਹਰ ਸੈੱਲ ਤੱਕ ਪਹੁੰਚ ਸਕੇ। ਸੋ ਇਹ ਇੱਕ ਨਾਰਮਲ ਕੰਡੀਸ਼ਨ ਹੈ। ਲੇਕਿਨ ਜੇ ਉਸ ਕੰਡੀਸ਼ਨ ਵਿੱਚ ਵੀ ਜਦ ਆਪਾਂ ਰੇਸ ਲਾਉਣ ਜਾ ਰਹੇ ਹਾਂ ਜਾਂ ਸਾਡੇ ਕੋਲ ਸੱਪ ਆ ਰਿਹਾ ਹੈ ਤਾਂ ਵੀ ਸਾਡਾ ਬਲੱਡ ਪ੍ਰੈਸ਼ਰ ਹਾਈ ਨਹੀਂ ਹੋਇਆ, ਤੇ ਇਹ ਥੋੜੀ ਖਤਰੇ ਦੀ ਗੱਲ ਹੋ ਸਕਦੀ ਹੈ। ਇਹ ਕਿਸ ਤਰ੍ਹਾਂ ਪਤਾ ਲੱਗੇ? ਕਈ ਵਾਰੀ ਵੀ ਕਿਸੇ ਦਾ ਐਵੇਂ ਸਿਰ ਦੁਖਣ ਲੱਗ ਗਿਆ ਕਿ ਉਹ ਮੰਨ ਲੇ ਵੀ ਮੈਨੂੰ ਬਲੱਡ ਪ੍ਰੈਸ਼ਰ ਹੈ, ਜਾਂ ਕਿਸੇ ਨੂੰ ਆਮ ਕਰਕੇ ਕਈ ਵਾਰੀ ਗੁੱਸਾ ਆਉਂਦਾ ਹੈ, ਕਹਿੰਦੇ ਇਹਦਾ ਤਾਂ ਬਲੱਡ ਪ੍ਰੈਸ਼ਰ ਵਧਿਆ ਹੋਇਆ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆંકੜਿਆਂ ਨੂੰ ਘਟਾ ਕੇ, ਜਿਵੇਂ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤਾ ਸੀਗਾ ਕਿ ਸ਼ੂਗਰ ਦੇ ਆંકੜੇ ਘਟਾ ਕੇ ਸ਼ੂਗਰ ਦੇ ਪੇਸ਼ੈਂਟ ਬਣਾ ਲਏ ਗਏ ਤੇ ਦਵਾਈਆਂ ਨੂੰ ਵੇਚਿਆ ਗਿਆ ਲੱਖਾਂ ਦੀ ਤਾਦਾਦ ਦੇ ਵਿੱਚ। ਉਸੇ ਤਰ੍ਹਾਂ ਬੀਪੀ ਦੇ ਆંકੜੇ ਘਟਾ ਕੇ ਬੀਪੀ ਦੀ ਦਵਾਈਆਂ ਨੂੰ ਵੀ ਵੇਚਿਆ ਗਿਆ। ਇਹਦਾ ਕਾਰਨ ਕੀ ਆ? ਜਿਹੜਾ ਬਲੱਡ ਪ੍ਰੈਸ਼ਰ ਦੀ ਅੱਜ ਬਹੁਤ ਜ਼ਿਆਦਾ ਹਰ ਘਰ ਦੇ ਵਿੱਚ ਇੱਕ ਬੰਦਾ ਬਿਮਾਰ ਹੈ, ਰੈਗੂਲਰ ਮੰਨਿਆ ਜਾਂਦਾ ਹੈ। ਇਹਦੇ ਕਾਰਨ ਆਮ ਕਰਕੇ ਆਮ ਇੱਕ ਸ਼ਬਦ ਸੁਣਨ ਦੇ ਵੀ ਜੈਨੇਟਿਕ ਪ੍ਰੋਬਲਮ ਹੈ ਜੀ, ਜਾਂ ਇਹਦੀ ਡਾਈਟ ਹੋ ਸਕਦੀ ਹੈ, ਜਾਂ ਸਟ੍ਰੈਸ। ਅੱਜ ਕੱਲ੍ਹ ਕੰਮ ਦੇ ਵਿੱਚ ਬਹੁਤ ਸਟ੍ਰੈਸ। ਤੁਸੀਂ ਕਿਹੜਾ ਮੇਨ ਕਾਰਨ ਮੰਨਦੇ ਹੋ? ਤੇ ਤੁਹਾਨੂੰ ਕੋਈ ਸਰੀਰ ਵਿੱਚ ਦਿੱਕਤ ਨਹੀਂ ਹੈ, ਕੋਈ ਦਰਦ ਨਹੀਂ ਹੈਗਾ, ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ, ਤੁਹਾਡੇ ਅੰਦਰ ਚੁਸਤੀ ਫੁਰਤੀ ਬਣੀ ਰਹਿੰਦੀ ਹੈ, ਤੁਹਾਡੀ ਸਕਿਨ ਸਾਫ਼ ਹੈਗੀ ਹੈ, ਤੁਹਾਡਾ ਵਜ਼ਨ ਨਾਰਮਲ ਹੈਗਾ, ਤੁਹਾਨੂੰ ਚੰਗੀ ਤਰ੍ਹਾਂ ਨੀਂਦ ਆਉਂਦੀ ਹੈ, ਕੰਮ ਕਰਨ ਵਿੱਚ ਆਲਸ ਨਹੀਂ ਆਉਂਦਾ, ਮਨ ਵਿੱਚ ਚੰਗੇ ਵਿਚਾਰ ਚੱਲਦੇ ਹੈ, ਜੇ ਇਹ ਸਾਰੀ ਚੀਜ਼ਾਂ ਹੈਗੀਆਂ ਨੇ ਤੇ ਤੁਹਾਡਾ ਬਲੱਡ ਪ੍ਰੈਸ਼ਰ 150 ਹੈ, 160 ਹੈ, ਤੇ ਉਹ ਮੈਟਰ ਨਹੀਂ ਕਰਦਾ। ਜ਼ਰੂਰੀ ਨਹੀਂ ਕਿ ਘੱਟ ਬਲੱਡ ਪ੍ਰੈਸ਼ਰ ਹੋਣਾ ਜ਼ਿਆਦਾ ਹੈਲਥ ਦੇ ਬਰਾਬਰ ਹੈ। ਸੋ ਇਹ ਜਿਹੜੇ ਮੈਂ 8 ਲੱਛਣ ਦੱਸੇ ਤੁਹਾਨੂੰ, ਜੇ ਇਹ 8 ਲੱਛਣ ਸਾਡੇ ਮੈਚ ਕਰਦੇ ਆ, ਦੈਟ ਮੀਨਸ ਕਿ ਆਪਾਂ ਹੈਲਦੀ ਹੈਗੇ ਆ। ਆਪਾਂ ਨੂੰ ਇੰਨੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿ ਸਾਡਾ ਬਲੱਡ ਪ੍ਰੈਸ਼ਰ 120 ਹੈ, 130 ਹੈ ਜਾਂ 140 ਹੈਗਾ। ਬਲੱਡ ਪ੍ਰੈਸ਼ਰ ਵਰਗੀਆਂ ਜਿਹਨੂੰ ਤੁਸੀਂ ਬਿਮਾਰੀਆਂ ਹੀ ਨਹੀਂ ਮੰਨਦੇ, ਜੇ ਬਿਮਾਰੀਆਂ ਹੈ ਹੀ ਨਹੀਂ, ਇਹ ਸਾਡੇ ਲਾਈਫ ਸਟਾਈਲ ਦੇ ਵਿੱਚ ਚੇਂਜਿੰਗ ਕਰਕੇ ਇਹ ਸਾਰਾ ਕੁਝ ਗੜਬੜ ਹੋਇਆ। ਉਹ ਡਾਈਟਰੀ ਪਲਾਨ ਦੱਸ ਸਕਦੇ ਹੋ ਕਿਹੜਾ ਹੋਵੇ, ਖੁਰਾਕ ਕਿਹੋ ਜਿਹੀ ਖਾਵੇ? ਖਾਣ ਵਾਸਤੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਹੀ ਹੈਗਾ, ਲੇਕਿਨ ਕਿਹੜੀ ਚੀਜ਼ ਖਾ ਰਹੇ ਆਪਾਂ ਸਹੀ ਚੀਜ਼। ਫਰੂਟਸ ਜਿਹੜਾ ਹੈਗਾ ਉਹ ਸਾਡੇ ਵਾਸਤੇ ਹੈਲਦੀ ਹੈ, ਸੈਲਡ ਜਿਹੜਾ ਹੈ ਸਾਡੇ ਵਾਸਤੇ ਹੈਲਦੀ ਹੈ। ਫਿਰ ਸੈਲਡ ਖਾਣ ਤੋਂ ਬਾਅਦ ਜਿਹੜੀ ਰੋਟੀ ਸਬਜ਼ੀ ਖਾਵਾਂਗੇ ਉਹ ਵੀ ਸਾਡੇ ਸਰੀਰ ਨੂੰ ਕਿਤੇ ਨਾ ਕਿਤੇ ਜਾ ਕੇ ਸਪੋਰਟ ਕਰੇਗੀ। ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਅਸੀਂ ਪੰਜਾਬੀ ਲੋਕ ਚੈਨਲ ਤੇ ਇੱਕ ਇੰਟਰਵਿਊ ਡਾਇਬਟੀਜ਼ ਦੇ ਬਾਬਤ ਕੀਤੀ ਸੀ। ਕੈਨੇਡਾ ਤੋਂ ਬਹੁਤ ਹੀ ਹੈਲਥ ਐਕਸਪਰਟ ਭਾਈ ਕਮਲਜੀਤ ਸਿੰਘ ਜੀ ਖਾਲਸਾ ਦੇ ਨਾਲ ਸਾਨੂੰ ਲੋਕਾਂ ਦੀਆਂ ਬਹੁਤ ਟਿੱਪਣੀਆਂ ਆਈਆਂ ਕਿ ਭਾਈ ਸਾਹਿਬ ਦੇ ਨਾਲ ਬਲੱਡ ਪ੍ਰੈਸ਼ਰ ਦੇ ਉੱਤੇ ਵੀ ਗੱਲਬਾਤ ਜ਼ਰੂਰ ਕਰੋ ਜੀ। ਸੋ ਅੱਜ ਸਾਡੇ ਨਾਲ ਨੇ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਕਮਲਜੀਤ ਸਿੰਘ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਭਾਈ ਸਾਹਿਬ ਜੀ? ਗੁਰੂ ਸਾਹਿਬ ਦਾ ਸ਼ੁਕਰ ਹੈ, ਆਪ ਜੀ ਠੀਕ ਹੋ? ਵਾਹਿਗੁਰੂ। ਹਾਂਜੀ, ਮਹਾਰਾਜ ਦੀ ਕਿਰਪਾ ਹੈਗੀ ਹੈ। ਤੇ ਭਾਈ ਸਾਹਿਬ, ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਆਪਾਂ ਡਾਇਬਟੀਜ਼ ਦੇ ਉੱਤੇ ਇੱਕ ਪੂਰਾ ਸੈਗਮੈਂਟ ਕੀਤਾ ਸੀ। ਸਾਡੇ ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਵੱਲੋਂ ਕਾਫੀ ਉਸ ਦੀ ਸਰਾਹਨਾ ਕੀਤੀ ਗਈ ਸੀ, ਤੇ ਨੀਚੇ ਕਮੈਂਟ ਬਾਕਸ ਦੇ ਵਿੱਚ ਕਾਫੀ ਟਿੱਪਣੀਆਂ ਆਈਆਂ ਸੀ ਕਿ ਭਾਈ ਸਾਹਿਬ ਦੇ ਨਾਲ ਬਲੱਡ ਪ੍ਰੈਸ਼ਰ ਦੀ ਬਾਬਤ ਵੀ ਗੱਲ ਜ਼ਰੂਰ ਕਰੋ ਜੀ। ਸੋ ਅੱਜ ਅਸੀਂ ਆਪ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਬਿਮਾਰੀ ਹੈ ਬਲੱਡ ਪ੍ਰੈਸ਼ਰ, ਸਾਨੂੰ ਸਭ ਤੋਂ ਪਹਿਲੇ ਇਹ ਦੱਸੋ ਵੀ ਹੈ ਕੀ ਹੈ? ਜਿਹੜੀ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ, ਇਹ ਦੋਨਾਂ ਦੇ ਵਿੱਚ ਕੋਈ ਫਰਕ ਹੈ? ਪਲੀਜ਼। ਹਾਂਜੀ, ਸੋ ਹਾਈਪਰਟੈਂਸ਼ਨ ਨੂੰ ਦਾ ਮਤਲਬ ਹੈਗਾ ਕਿ ਜਿਹੜਾ ਬਲੱਡ ਪ੍ਰੈਸ਼ਰ ਸਾਡਾ ਹੈਗਾ ਉਹ ਇੱਕ ਨਾਰਮਲ ਰੇਂਜ ਤੋਂ ਉੱਤੇ ਹੋ ਜਾਂਦਾ ਹੈ। ਸੋ ਉਹਨੂੰ ਸਮਝਣ ਵਾਸਤੇ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਪਹਿਲਾਂ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ ਤੇ ਨਾਰਮਲ ਰੇਂਜ ਕਿੰਨੀ ਹੁੰਦੀ ਹੈ। ਸੋ ਪਹਿਲਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਲੱਡ ਪ੍ਰੈਸ਼ਰ ਕੀ ਹੈ। ਬਲੱਡ ਪ੍ਰੈਸ਼ਰ ਅਸਲ ਵਿੱਚ ਕੋਈ ਬਿਮਾਰੀ ਨਹੀਂ ਹੈਗਾ, ਇਹ ਇੱਕ ਨਾਰਮਲ ਫਿਨੋਮੀਨਨ ਹੈ। ਤੁਹਾਨੂੰ ਵੀ ਬਲੱਡ ਪ੍ਰੈਸ਼ਰ ਹੈਗਾ, ਮੈਨੂੰ ਵੀ ਬਲੱਡ ਪ੍ਰੈਸ਼ਰ ਹੈਗਾ, ਤੇ ਜਿੰਨੇ ਵੀ ਲੋਕ ਦੁਨੀਆ ਵਿੱਚ ਹੈਗੇ ਸਾਰਿਆਂ ਨੂੰ ਹੀ ਬਲੱਡ ਪ੍ਰੈਸ਼ਰ ਹੈਗਾ। ਕਿਉਂਕਿ ਜਿਵੇਂ ਸਾਡਾ ਦਿਲ ਆ, ਇਸ ਦਿਲ ਦਾ ਕੰਮ ਹੈਗਾ ਖੂਨ ਨੂੰ ਸਾਡੇ ਸਰੀਰ ਦੇ ਹਰ ਹਿੱਸੇ ਵਿੱਚ ਪਹੁੰਚਾਉਣਾ ਨਾੜੀਆਂ ਦੇ ਰਸਤੇ। ਜਦ ਖੂਨ ਦਿਲ ਨੂੰ ਪਹੁੰਚਾਉਂਦਾ ਆ ਤੇ ਖੂਨ ਦਾ ਜਿਹੜਾ ਜ਼ੋਰ ਹੈਗਾ ਉਹ ਨਾੜੀਆਂ ਦੇ ਉੱਤੇ ਪੈਂਦਾ ਆ। ਜਿੱਥੇ ਜ਼ੋਰ ਪਊਗਾ ਉੱਥੇ ਦਬਾਅ ਬਣੂਗਾ। ਇਸੇ ਦਬਾਅ ਦਾ ਨਾਮ ਜਿਹੜਾ ਹੈਗਾ ਉਹ ਹੈ ਬਲੱਡ ਪ੍ਰੈਸ਼ਰ। ਤੇ ਇੱਕ ਨਾਰਮਲ ਚੀਜ਼ ਹੈ, ਨੈਚੁਰਲ ਚੀਜ਼ ਹੈ, ਇਹ ਕੋਈ ਬਿਮਾਰੀ ਨਹੀਂ ਹੈ।
ਪਰ ਹਾਂ ਜਦ ਬਲੱਡ ਪ੍ਰੈਸ਼ਰ ਲੰਬੇ ਟਾਈਮ ਤੱਕ ਕੰਸਿਸਟੈਂਟਲੀ ਇੱਕ ਨਾਰਮਲ ਰੇਂਜ ਤੋਂ ਉੱਤੇ ਰਹਿਣ ਲੱਗ ਪਵੇ ਤੇ ਇਹਨੂੰ ਹਾਈਪਰਟੈਂਸ਼ਨ ਕਹਿ ਦਿੱਤਾ ਜਾਂਦਾ ਹੈ, ਜੋ ਕਿ ਇੱਕ ਮੈਡੀਕਲ ਕੰਡੀਸ਼ਨ ਹੈ। ਸੋ ਇੱਥੇ ਸਾਨੂੰ ਸਮਝਣਾ ਪਊਗਾ ਕਿ ਮੈਂ ਕਿਹਾ ਕੰਸਿਸਟੈਂਟਲੀ ਮਤਲਬ ਕਿ ਲਗਾਤਾਰ ਇੱਕ ਨਾਰਮਲ ਰੇਂਜ ਤੋਂ ਉੱਤੇ ਰਹੇ ਤਾਂ ਬਲੱਡ ਪ੍ਰੈਸ਼ਰ ਹੈ ਜਾਂ ਹਾਈਪਰਟੈਂਸ਼ਨ ਹੁੰਦਾ ਹੈ। ਯਾਨੀ ਜੀ ਕਿ ਅਗਰ ਇੱਕ ਦੋ ਵਾਰੀ ਉੱਤੇ ਚਲੇ ਜਾਏ ਨਾਰਮਲ ਰੇਂਜ ਤੋਂ ਤੇ ਉਹ ਹਾਈਪਰਟੈਂਸ਼ਨ ਨਹੀਂ ਹੁੰਦਾ। ਜਿਵੇਂ ਕਿ ਮੈਂ ਇੱਕ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਫੋਰ ਐਗਜ਼ਾਮਪਲ ਕਿ ਅੱਜ ਜਿਵੇਂ ਅਸੀਂ ਹੁਣ ਗੱਲ ਕਰਦੇ ਪਏ ਹਾਂ, ਜੇ ਸਾਡੇ ਲਾਗੇ ਛਾਗੇ ਕੋਈ ਸੱਪ ਆ ਜਾਵੇ, ਇੱਕ ਸਨੇਕ ਆ ਜਾਵੇ ਤੇ ਸਾਨੂੰ ਥੋੜਾ ਜਿਹਾ ਪੈਪ ਪਏਗਾ ਤੇ ਆਪਾਂ ਕਹਾਂਗੇ ਜਾਂ ਤਾਂ ਅਸੀਂ ਇੱਥੋਂ ਭੱਜੀਏ ਜਾਂ ਸੱਪ ਨੂੰ ਮਾਰੀਏ। ਉਸ ਵੇਲੇ ਕੀ ਹੋਏਗਾ, ਸਾਡੀ ਬੋਡੀ ਸਾਨੂੰ ਐਮਰਜੈਂਸੀ ਸਿਚੁਏਸ਼ਨ ਵਾਸਤੇ ਪ੍ਰਿਪੇਅਰ ਕਰਨ ਵਾਸਤੇ ਸਾਡੇ ਅੰਦਰ ਇਸ ਤਰ੍ਹਾਂ ਦੀ ਹਾਰਮੋਨਲ ਸਿਕ੍ਰੀਸ਼ਨਸ ਕਰਨਗੀਆਂ ਤੇ ਸਾਡਾ ਹਾਰਟ ਬੀਟ ਜਿਹੜਾ ਹੈ ਉਹ ਤੇਜ਼ ਹੋਏਗਾ, ਸਾਡਾ ਬਲੱਡ ਪ੍ਰੈਸ਼ਰ ਵਧੂਗਾ ਤਾਂ ਕਿ ਉਸ ਐਮਰਜੈਂਸੀ ਸਿਚੁਏਸ਼ਨ ਨੂੰ ਆਪਾਂ ਹੈਂਡਲ ਕਰ ਸਕੀਏ। ਸੋ ਇੱਕ ਨਾਰਮਲ ਚੀਜ਼ ਹੈਗੀ ਐਮਰਜੈਂਸੀ ਸਿਚੁਏਸ਼ਨ ਵਿੱਚ ਬਲੱਡ ਪ੍ਰੈਸ਼ਰ ਦਾ ਵੱਧ ਜਾਣਾ। ਇਸੀ ਤਰ੍ਹਾਂ ਆਪਾਂ ਦੇਖੀਏ, ਅਗਰ ਰੇਸ ਲਗਾਉਣ ਜਾ ਰਹੇ ਹਾਂ ਆਪਾਂ ਤੇ ਰੇਸ ਵਿੱਚ ਜਿਵੇਂ ਉਹ 3 2 1 ਗੋ ਇਦਾਂ ਬੋਲਿਆ ਜਾ ਰਿਹਾ ਹੈ ਤੇ ਉਸ ਵੇਲੇ ਵੀ ਸਾਡੀ ਜਿਹੜੀ ਹਾਰਟ ਬੀਟ ਆ, ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਉੱਤੇ ਹੋਣ ਲੱਗ ਜਾਏਗਾ ਤਾਂ ਕਿ ਸਾਡਾ ਸਰੀਰ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕੇ ਹਰ ਹਿੱਸੇ ਵਿੱਚ એનર્ਜੀ ਨੂੰ ਪਹੁੰਚਾਉਣ ਵਾਸਤੇ, ਖੂਨ ਨੂੰ ਪਹੁੰਚਾਉਣ ਵਾਸਤੇ, ਵਧੀਆ ਤਰੀਕੇ ਨਾਲ ਆਕਸੀਜਨ ਤੇ ਨਿਊਟ੍ਰੀਐਂਟਸ ਬੋਡੀ ਦੇ ਹਰ ਸੈੱਲ ਤੱਕ ਪਹੁੰਚ ਸਕੇ। ਸੋ ਇਹ ਇੱਕ ਨਾਰਮਲ ਕੰਡੀਸ਼ਨ ਹੈ। ਲੇਕਿਨ ਜੇ ਉਸ ਕੰਡੀਸ਼ਨ ਵਿੱਚ ਵੀ ਜਦ ਆਪਾਂ ਰੇਸ ਲਾਉਣ ਜਾ ਰਹੇ ਹਾਂ ਜਾਂ ਸਾਡੇ ਕੋਲ ਸੱਪ ਆ ਰਿਹਾ ਹੈ ਤਾਂ ਵੀ ਸਾਡਾ ਬਲੱਡ ਪ੍ਰੈਸ਼ਰ ਹਾਈ ਨਹੀਂ ਹੋਇਆ ਤੇ ਇਹ ਥੋੜੀ ਖਤਰੇ ਦੀ ਗੱਲ ਹੋ ਸਕਦੀ ਹੈ, ਕਿਉਂਕਿ ਇਹ ਉੱਥੇ ਤਾਂ ਇਹ ਸਾਨੂੰ ਇਹ ਵੀ ਇੱਕ ਤਰ੍ਹਾਂ ਦੀ ਸਮਝ ਲਓ ਸਾਡੇ ਲਈ ਖਤਰੇ ਦਾ ਵਿਸ਼ਾ ਹੈ, ਜੇ ਸਾਡੇ ਅੰਦਰ ਉਸ ਵੇਲੇ ਚੁਸਤੀ ਫੁਰਤੀ ਨਹੀਂ ਆ ਰਹੀ ਹੈ। ਜੀ ਬਿਲਕੁਲ, ਉਸ ਵੇਲੇ ਹਾਂਜੀ ਸਾਨੂੰ ਉਹ ਚਾਹੀਦੀ ਹੈ। ਹਾਂਜੀ, ਇਹ ਕਿਸ ਤਰ੍ਹਾਂ ਪਤਾ ਲੱਗੇ, ਕਈ ਵਾਰੀ ਵੀ ਕਿਸੇ ਦਾ ਐਵੇਂ ਸਿਰ ਦੁਖਣ ਲੱਗ ਗਿਆ ਕਿ ਉਹ ਮੰਨ ਲੇ ਵੀ ਮੈਨੂੰ ਬਲੱਡ ਪ੍ਰੈਸ਼ਰ ਹੈ, ਜਾਂ ਕਿਸੇ ਨੂੰ ਆਮ ਕਰਕੇ ਕਈ ਵਾਰੀ ਗੁੱਸਾ ਆਉਂਦਾ ਹੈ, ਕਹਿੰਦੇ ਇਹਦਾ ਤਾਂ ਬਲੱਡ ਪ੍ਰੈਸ਼ਰ ਵਧਿਆ ਹੋਇਆ, ਤੇ ਤੁਸੀਂ ਦੱਸ ਸਕਦੇ ਹੋ ਵੀ ਬਲੱਡ ਪ੍ਰੈਸ਼ਰ ਦੇ ਸਿੰਪਟਮ ਕੀ ਨੇ, ਵੀ ਜਿਹੜੇ ਲੱਛਣਾਂ ਤੋਂ ਪਤਾ ਲੱਗ ਸਕੇ ਵੀ ਇਸ ਨੂੰ ਹੁਣ ਬਲੱਡ ਪ੍ਰੈਸ਼ਰ ਵਧਿਆ ਹੋਇਆ ਇਸ ਦਾ। ਜਿਹੜੇ ਬਲੱਡ ਪ੍ਰੈਸ਼ਰ ਵਧਣ ਕਰਕੇ ਕੰਸਿਸਟੈਂਟਲੀ ਵਧਣ ਕਰਕੇ ਜਿਹੜੇ ਤਿੰਨ ਮੇਨ ਜਿਹੜੇ ਲੱਛਣ ਆਉਂਦੇ ਆ, ਸਿੰਪਟਮਸ ਆਉਂਦੇ ਆ, ਇੱਕ ਤਾਂ ਹੈਗਾ ਕਿ ਬੋਡੀ ਵਿੱਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇੱਕ ਜੀ ਹੁੰਦੀ ਹੈ ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਜਾਂ ਫਿਰ ਜੀ ਬੋਡੀ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ, ਪੂਰੇ ਸਰੀਰ ਵਿੱਚ ਦਰਦ ਹੋਣ ਲੱਗ ਪੈਂਦੇ ਆ। ਇਹਦਾ ਮਤਲਬ ਹੈ ਕਿ ਬਲੱਡ ਪ੍ਰੈਸ਼ਰ ਕਿਤੇ ਨਾ ਕਿਤੇ ਸਾਡਾ ਵਧਿਆ ਹੋਇਆ ਹੈ। ਲੇਕਿਨ ਸਿਰਫ ਬਲੱਡ ਪ੍ਰੈਸ਼ਰ ਦੇ ਵਧਣ ਕਰਕੇ ਹੀ ਇਹ ਪ੍ਰੋਬਲਮਸ ਆਉਣਗੀਆਂ ਜ਼ਰੂਰੀ ਨਹੀਂ ਹੈਗੀਆਂ। ਕਈ ਵਾਰੀ ਬਲੱਡ ਪ੍ਰੈਸ਼ਰ ਨਾਰਮਲ ਵੀ ਹੋਏਗਾ, ਫਿਰ ਵੀ ਵੀਕਨੈਸ ਆ ਸਕਦੀ ਹੈ, ਫਿਰ ਵੀ ਹੈਡੇਕ ਆ ਸਕਦਾ ਹੈ, ਫਿਰ ਵੀ ਬੋਡੀ ਪੇਨ ਆ ਸਕਦਾ ਹੈ। ਤੇ ਜ਼ਰੂਰੀ ਨਹੀਂ ਹੈ ਕਿ ਬਲੱਡ ਪ੍ਰੈਸ਼ਰ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੱਕਦਮ ਕਾਜ਼ੇਸ਼ਨ ਫੈਕਟਰ ਨਾਲ ਰਿਲੇਟਡ ਹੈਗੀਆਂ, ਇਹ ਹੋਰ ਕਾਰਨ ਕਰਕੇ ਵੀ ਹੋ ਸਕਦਾ ਆ। ਸੋ ਇੱਥੇ ਆਪਾਂ ਨੂੰ ਸਮਝਣਾ ਪਊਗਾ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਹਾਈਪਰਟੈਂਸ਼ਨ ਦੀ ਰੇਂਜ ਕਿੰਨੀ ਕੁ ਹੁੰਦੀ ਹੈ, ਨਾਰਮਲ ਰੇਂਜ ਕਿੰਨੀ ਹੁੰਦੀ ਹੈ। ਹਾਂਜੀ, ਇਹ ਇੱਕ ਕੁਐਸਚਨ ਮੇਰਾ ਇਹੀ ਸੀ ਵੀ ਆਮ ਕਰਕੇ ਨਾ ਲੋਕੀ ਬਹੁਤ ਡਰਦੇ ਆ, ਚੈੱਕ ਕਰਦੇ ਰਹਿੰਦੇ ਆ। ਇਹ ਸਾਨੂੰ ਜ਼ਰੂਰ ਦੱਸੋ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਵੀ ਜਿਹੜੀ ਰੇਂਜ ਲੈਵਲ ਕਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ। ਹਾਂਜੀ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ। ਇਹਨੂੰ ਆਪਾਂ ਸਮਝਣਾ ਚਾਹੁੰਦੇ ਹਾਂ ਤਾਂ ਥੋੜਾ ਜਿਹਾ ਸਾਨੂੰ ਪਿਛੋਕੜ ਵਿੱਚ ਜਾਣਾ ਪਊਗਾ। ਜੇ ਆਪਾਂ 1993 ਦੀ ਗੱਲ ਕਰੀਏ, ਉਸ ਵੇਲੇ ਤੱਕ ਜਿਹੜੀ ਕਮੇਟੀ ਬਣਦੀ ਸੀਗੀ ਜੁਆਇੰਟ ਨੈਸ਼ਨਲ ਕਮੇਟੀ, 4 ਨੰਬਰ ਦੀ ਕਮੇਟੀ ਉਹ ਬਣ ਚੁੱਕੀ ਸੀਗੀ। ਉਹਨੇ ਕੀ ਕਿਹਾ ਕਿ ਉੱਤੇ ਵਾਲਾ ਜਿਹੜਾ ਨੰਬਰ ਹੈਗਾ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਨਾ ਬੀਪੀ 'ਚ ਉੱਤੇ ਵਾਲਾ ਨੰਬਰ ਹੁੰਦਾ, ਇੱਕ ਥੱਲੇ ਵਾਲਾ ਨੰਬਰ ਹੁੰਦਾ, ਜਿਵੇਂ ਕਿ 120/80। ਸੋ ਉਸ ਵੇਲੇ ਕੀ ਸੀਗਾ, ਉੱਤੇ ਵਾਲਾ ਨੰਬਰ ਦੇਖਿਆ ਹੀ ਨਹੀਂ ਜਾਂਦਾ ਸੀ, ਸਿਰਫ ਥੱਲੇ ਵਾਲਾ ਨੰਬਰ ਦੇਖਦੇ ਸੀਗੇ, ਡਾਇਸਟੋਲਿਕ ਨੰਬਰ। ਜੇ ਉਹ 90 ਤੋਂ ਥੱਲੇ ਹੁੰਦਾ ਸੀਗਾ ਤੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਮੰਨਿਆ ਜਾਂਦਾ ਸੀਗਾ, ਤੇ ਜੇ 90 ਤੋਂ ਉੱਤੇ ਹੁੰਦਾ ਸੀ ਤਾਂ ਉਹ ਸੋਚਦੇ ਸੀਗੇ ਕਿ ਇਹਨੂੰ ਦਵਾਈ ਦੇਣੀ ਹੈ ਕਿ ਨਹੀਂ ਦੇਣੀ। 94 ਤੋਂ ਥੱਲੇ ਕਿਸੇ ਨੂੰ ਦਵਾਈ ਨਹੀਂ ਦਿੱਤੀ ਜਾਂਦੀ ਸੀ। 94 ਤੋਂ ਉੱਤੇ ਜਦ ਬਲੱਡ ਪ੍ਰੈਸ਼ਰ ਟੱਪਦਾ ਸੀ ਤਾਂ ਸੋਚਦੇ ਸੀਗੇ ਕਿ ਦਵਾਈ ਦੇਣੀ ਹੈ ਜਾਂ ਨਹੀਂ ਦੇਣੀ, ਸਾਰਿਆਂ ਨੂੰ ਨਹੀਂ ਦਿੱਤੀ ਜਾਂਦੀ ਸੀ। ਫਿਰ ਕਰਦੇ 1997 ਤੱਕ ਆਪਾਂ ਦੇਖੀਏ, ਜੁਆਇੰਟ ਨੈਸ਼ਨਲ ਕਮੇਟੀ 5 ਨੰਬਰ ਦੀ 6 ਨੰਬਰ ਦੀ ਬਣੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਹੁਣ ਤੋਂ ਬਲੱਡ ਪ੍ਰੈਸ਼ਰ ਜਿਹੜਾ ਨਾਰਮਲ ਹੈਗਾ ਉਹ ਹੋ ਜਾਏਗਾ 130/85, ਉੱਤੇ ਵਾਲਾ 130, ਥੱਲੇ ਵਾਲਾ 85। ਤੇ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 140/90 ਟੱਪ ਜਾਂਦਾ ਸੀਗਾ। ਹੁਣ ਆਪਾਂ ਥੋੜਾ ਜਿਹਾ ਹੋਰ ਅੱਗੇ ਆਈਏ, 2003 ਵਿੱਚ ਇਹਨਾਂ ਨੇ ਕੀ ਕੀਤਾ, ਜਿਹੜੀ ਨਾਰਮਲ ਰੇਂਜ ਸੀਗੀ ਉਹ 130/85 ਤੋਂ ਘਟਾ ਕੇ ਇਹਨਾਂ ਨੇ ਕਰ ਦਿੱਤੀ 120/80, ਜਿਹੜੀ ਆਪਾਂ ਅੱਜ ਕੱਲ੍ਹ ਸੁਣਦੇ ਹੀ ਹੈਗੇ ਆ। ਸੋ ਜਿਹਦੀ 120 ਤੋਂ ਲੈ ਕੇ 140 ਦੇ ਵਿਚਕਾਰ ਆ ਜਾਂਦਾ ਸੀਗਾ ਉੱਤੇ ਵਾਲਾ, ਉਹਨੂੰ ਕਿਹਾ ਜਾਂਦਾ ਸੀਗਾ ਕਿ ਅਜੇ ਤੈਨੂੰ ਹਾਈਪਰਟੈਂਸ਼ਨ ਤਾਂ ਨਹੀਂ ਹੋਇਆ, ਪਰ ਪ੍ਰੀ ਹਾਈਪਰਟੈਂਸ਼ਨ ਹੋਣ ਲੱਗ ਪਿਆ ਹੈ, ਯਾਨੀ ਹਾਈਪਰਟੈਂਸ਼ਨ ਹੋਣ ਵਾਲਾ ਹੈ। ਸੋ ਉਹਨੂੰ ਵੀ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਸੀਗੀਆਂ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆંકੜਿਆਂ ਨੂੰ ਘਟਾ ਕੇ, ਜਿਵੇਂ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤਾ ਸੀਗਾ ਕਿ ਸ਼ੂਗਰ ਦੇ ਆંકੜੇ ਘਟਾ ਕੇ ਸ਼ੂਗਰ ਦੇ ਪੇਸ਼ੈਂਟ ਬਣਾ ਲਏ ਗਏ ਤੇ ਦਵਾਈਆਂ ਨੂੰ ਵੇਚਿਆ ਗਿਆ ਲੱਖਾਂ ਦੀ ਤਾਦਾਦ ਦੇ ਵਿੱਚ। ਉਸੇ ਤਰ੍ਹਾਂ ਬੀਪੀ ਦੇ ਆંકੜੇ ਘਟਾ ਕੇ ਬੀਪੀ ਦੀ ਦਵਾਈਆਂ ਨੂੰ ਵੀ ਵੇਚਿਆ ਗਿਆ। ਲੇਕਿਨ ਜੇ ਆਪਾਂ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਦੀ ਗੱਲ ਕਰੀਏ, ਕੋਕਰੇਨ ਕੋਲੈਬੋਰੇਸ਼ਨ ਦੀ 2018 ਦੀ ਰਿਪੋਰਟ, ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, 6 ਰੈਂਡਮਾਈਜ਼ਡ ਕੰਟਰੋਲ ਟ੍ਰਾਇਲਸ ਨੂੰ ਦੇਖਿਆ, ਜਿਹਦੇ ਵਿੱਚ 9,484 ਬੰਦੇ ਸੀਗੇ। ਉਹਦੇ ਵਿੱਚ ਉਹਨਾਂ ਨੇ 2 ਗਰੁੱਪ ਬਣਾ ਲਏ। ਇੱਕ ਗਰੁੱਪ ਵਿੱਚ ਉਹ ਲੋਕੀ ਸੀਗੇ ਜਿਹੜੇ ਆਪਣੇ ਬਲੱਡ ਪ੍ਰੈਸ਼ਰ ਨੂੰ ਦਵਾਈਆਂ ਖਾ ਕੇ ਕਾਫੀ ਜ਼ਿਆਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਲਗਭਗ 135 ਤੋਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਜਿਹੜਾ ਦੂਜਾ ਗਰੁੱਪ ਸੀਗਾ
ਉਹ ਦਵਾਈਆਂ ਘੱਟ ਖਾ ਰਹੇ ਸੀਗੇ ਤੇ ਆਪਣੇ ਬਲੱਡ ਪ੍ਰੈਸ਼ਰ ਨੂੰ 140 ਤੋਂ ਲੈ ਕੇ 160 ਦੇ ਵਿਚਕਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਹੁਣ ਖਾਸ ਗੱਲ ਦੇਖਣ ਨੂੰ ਕੀ ਮਿਲੀ ਕਿ ਜਿੰਨੀਆਂ ਮੌਤਾਂ 135 ਤੋਂ ਥੱਲੇ ਵਾਲੇ ਬਲੱਡ ਪ੍ਰੈਸ਼ਰ ਵਾਲਿਆਂ ਵਿੱਚ ਹੋਈ, ਉਨੀ ਹੀ ਮੌਤਾਂ 140 ਤੋਂ ਲੈ ਕੇ 160 ਵਾਲਿਆਂ ਦੇ ਵਿੱਚ ਵੀ ਹੋਈ। ਦੈਟ ਮੀਨਸ ਕਿ ਬਲੱਡ ਪ੍ਰੈਸ਼ਰ ਨੂੰ ਦਵਾਈਆਂ ਖਾ ਕੇ ਘਟਾ ਕੇ ਰੱਖਣ ਦਾ ਇੰਨਾ ਕੋਈ ਖਾਸ ਫਾਇਦਾ ਨਿਕਲ ਕੇ ਆਇਆ ਨਹੀਂ। ਲੇਕਿਨ ਸੋਚਣ ਵਾਲੀ ਗੱਲ ਇਹ ਸੀਗੀ ਕਿ ਜਿਨ੍ਹਾਂ ਨੇ ਦਵਾਈਆਂ ਖਾ ਕੇ ਆਪਣਾ ਬਲੱਡ ਪ੍ਰੈਸ਼ਰ ਨੂੰ ਬਹੁਤ ਘਟਾ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਵਿੱਚ ਸਾਈਡ ਇਫੈਕਟ ਜ਼ਿਆਦਾ ਆਉਣ ਲੱਗ ਪਏ। ਸਾਈਡ ਇਫੈਕਟ ਜ਼ਿਆਦਾ ਆਉਣ ਲੱਗ ਕੇ ਉਹ ਲੋਕੀ ਸਟੱਡੀ ਛੱਡ ਕੇ ਜਾਣ ਲੱਗ ਪਏ ਕਿ ਸਾਨੂੰ ਨਹੀਂ ਕਰਨਾ ਇਹ ਦਵਾਈਆਂ ਖਾ ਕੇ ਆਪਣਾ ਬਲੱਡ ਪ੍ਰੈਸ਼ਰ ਨੂੰ ਘਟਾ ਕੇ ਰੱਖਣਾ ਆ। ਸੋ ਇਹ ਉਹਦੇ ਵਿੱਚ ਖਾਸ ਗੱਲ ਨਿਕਲ ਕੇ ਆਈ ਸੀ। ਸੋ ਉਹਦੀ ਕੰਕਲੂਜਨ ਇਹ ਨਿਕਲੀ ਕਿ ਜੇ ਤੁਹਾਡਾ ਬਲੱਡ ਪ੍ਰੈਸ਼ਰ 140/90 ਤੋਂ ਥੱਲੇ ਹੈਗਾ ਤੇ ਤੁਹਾਨੂੰ ਦਵਾਈ ਖਾਣ ਦੀ ਇੰਨੀ ਲੋੜ ਹੈ ਨਹੀਂ, ਕਿਉਂਕਿ ਆਲਰੇਡੀ ਤੁਸੀਂ ਨਾਰਮਲ ਰੇਂਜ ਵਿੱਚ ਹੈਗੇ ਹੋ। ਸੋ ਜੇ ਤੁਹਾਡਾ ਬਲੱਡ ਪ੍ਰੈਸ਼ਰ ਸੋ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਅਸਲ ਵਿੱਚ ਅਸੀਂ ਕਿਵੇਂ ਡਾਇਗਨੋਸ ਕਰੀਏ ਕਿ ਸਾਨੂੰ ਹਾਈਪਰਟੈਂਸ਼ਨ ਹੈ ਕਿ ਨਹੀਂ। ਬਿਲਕੁਲ ਇਹ ਸਵਾਲ ਸੀ ਵੀ ਅਸੀਂ ਕਿਵੇਂ ਡਾਇਗਨੋਸ ਕਰ ਲਈਏ ਵੀ ਇਹ ਬਲੱਡ ਪ੍ਰੈਸ਼ਰ ਹੈ ਜਾਂ ਨਹੀਂ। ਇੱਕ ਸਵਾਲ ਹੋਰ ਬਣਦਾ ਜੀ, ਜੇ ਇਹ ਦੱਸਣੇ ਵੀ ਇਹਦਾ ਕਾਰਨ ਕੀ ਆ ਜਿਹੜਾ ਬਲੱਡ ਪ੍ਰੈਸ਼ਰ ਦੀ ਅੱਜ ਬਹੁਤ ਜ਼ਿਆਦਾ ਹਰ ਘਰ ਦੇ ਵਿੱਚ ਇੱਕ ਬੰਦਾ ਬਿਮਾਰ ਹੈ ਰੈਗੂਲਰ ਮੰਨਿਆ ਜਾਂਦਾ ਹੈ। ਇਹਦੇ ਕਾਰਨ ਆਮ ਕਰਕੇ ਆਮ ਇੱਕ ਸ਼ਬਦ ਸੁਣਨ ਦੇ ਵੀ ਜੈਨੇਟਿਕ ਪ੍ਰੋਬਲਮ ਹੈ ਜੀ, ਜਾਂ ਇਹਦੀ ਡਾਈਟ ਹੋ ਸਕਦੀ ਹੈ, ਜਾਂ ਸਟ੍ਰੈਸ। ਅੱਜ ਕੱਲ੍ਹ ਕੰਮ ਦੇ ਵਿੱਚ ਬਹੁਤ ਸਟ੍ਰੈਸ। ਤੁਸੀਂ ਕਿਹੜਾ ਮੇਨ ਕਾਰਨ ਮੰਨਦੇ ਹੋ? ਹਾਂਜੀ, ਇਹ ਜਿਹੜੀ ਜੈਨੇਟਿਕ ਤੁਸੀਂ ਗੱਲ ਕੀਤੀ, ਦਰਅਸਲ ਕੀ ਹੁੰਦਾ ਹੈ ਕਿ ਬਿਮਾਰੀਆਂ ਜੈਨੇਟਿਕ ਤੋਂ ਜ਼ਿਆਦਾ ਡਾਈਟ ਐਂਡ ਲਾਈਫ ਸਟਾਈਲ ਤੇ ਕਨੈਕਟਡ ਹੁੰਦੀਆਂ ਨੇ। ਐਕਚੁਅਲੀ ਹੁੰਦਾ ਕਿ ਜਿਸ ਤਰ੍ਹਾਂ ਦਾ ਭੋਜਨ ਸਾਡੇ ਬਜ਼ੁਰਗ ਖਾਂਦੇ ਹੁੰਦੇ ਸੀ, ਉਸੇ ਤਰ੍ਹਾਂ ਦਾ ਭੋਜਨ ਅਸੀਂ ਵੀ ਖਾ ਰਹੇ ਹਾਂ। ਸੋ ਜਿਹੜੀਆਂ ਬਿਮਾਰੀ ਉਸ ਭੋਜਨ ਕਰਕੇ ਉਹਨਾਂ ਨੂੰ ਲੱਗਦੀਆਂ ਸੀਗੀਆਂ, ਉਸੇ ਤਰ੍ਹਾਂ ਦੀ ਸਾਨੂੰ ਲੱਗਣ ਲੱਗ ਪਈਆਂ। ਸੋ ਅਸਲ ਵਿੱਚ ਜੈਨੇਟਿਕ ਜਿਹੜਾ ਹੁੰਦਾ, ਜੇ ਮੈਂ ਸਾਇੰਸ ਦੀ ਗੱਲ ਕਰਾਂ ਤੇ ਡਾਕਟਰ ਟਿਮ ਕੋਲਿਨ ਕੈਂਪਬੈਲ ਨੇ ਤਾਂ ਚਾਈਨਾ ਸਟੱਡੀ ਲਿਖੀ ਹੈ। ਉਹਦੇ ਵਿੱਚ ਲਿਖਿਆ ਹੈ ਕਿ ਜਿਹੜੇ ਜੀਨਸ ਨੇ, ਜਿਹੜੇ ਸਾਡੇ ਹੈਰੀਡੇਟਰੀ ਚੀਜ਼ਾਂ ਹੈਗੀਆਂ ਨੇ, ਉਹ ਸਾਨੂੰ ਇਫੈਕਟ ਤਾਂ ਜ਼ਿਆਦਾ ਕਰਦੀਆਂ ਨੇ ਜੇ ਆਪਣਾ ਉਸ ਤਰ੍ਹਾਂ ਦਾ ਫੂਡ ਤੇ ਨਿਊਟ੍ਰੀਸ਼ਨ ਦਾ ਸਿਸਟਮ ਉਸ ਤਰ੍ਹਾਂ ਬਣ ਜਾਵੇ, ਤਾਂ ਉਹ ਬੈਡ ਜੀਨਸ ਜਿਹੜੀਆਂ ਨੇ ਉਹ ਐਕਟੀਵੇਟ ਹੁੰਦੀਆਂ ਨੇ। ਅਦਰਵਾਈਜ਼ ਜੇ ਆਪਾਂ ਰਾਈਟ ਨਿਊਟ੍ਰੀਸ਼ਨ, ਰਾਈਟ ਲਾਈਫ ਸਟਾਈਲ ਰੱਖੀਏ ਤੇ ਉਹ ਐਕਟੀਵੇਟ ਨਹੀਂ ਹੁੰਦੀਆਂ। ਪਰ ਇੱਥੋਂ ਜਿਹੜਾ ਪਹਿਲਾ ਸਵਾਲ ਤੁਹਾਡਾ ਸੀਗਾ ਕਿ ਇਹ ਆਪਾਂ ਕਿਵੇਂ ਇਹ ਜੱਜ ਕਰੀਏ ਕਿ ਸਾਨੂੰ ਹਾਈਪਰਟੈਂਸ਼ਨ ਦੀ ਪ੍ਰੋਬਲਮ ਹੈ ਕਿ ਨਹੀਂ। ਇਹ ਦੇਖਣ ਦੀ ਚੀਜ਼ ਇਹ ਆ ਕਿ ਜਿਵੇਂ ਹੁਣ ਮੈਂ ਆਪਣੀ ਲਾਈਫ ਵਿੱਚ ਕਦੀ ਵੀ ਆਪਣਾ ਬਲੱਡ ਪ੍ਰੈਸ਼ਰ ਅੱਜ ਤੱਕ ਚੈੱਕ ਨਹੀਂ ਕੀਤਾ, ਕਿਉਂਕਿ ਮੈਨੂੰ ਲੱਗਿਆ ਹੀ ਨਹੀਂ, ਲੋੜ ਹੀ ਨਹੀਂ ਲੱਗੀ। ਤੇ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਮੰਨ ਲਓ ਤੁਸੀਂ ਹੈਗੇ ਹੋ, ਤੁਹਾਡਾ ਬਲੱਡ ਪ੍ਰੈਸ਼ਰ ਅਗਰ 150 ਤੇ ਹੈਗਾ ਤੇ ਤੁਹਾਨੂੰ ਕੋਈ ਸਰੀਰ ਵਿੱਚ ਦਿੱਕਤ ਨਹੀਂ ਹੈ, ਕੋਈ ਦਰਦ ਨਹੀਂ ਹੈਗਾ, ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ, ਤੁਹਾਡੇ ਅੰਦਰ ਚੁਸਤੀ ਫੁਰਤੀ ਬਣੀ ਰਹਿੰਦੀ ਹੈ, ਤੁਹਾਡੀ ਸਕਿਨ ਸਾਫ਼ ਹੈਗੀ ਹੈ, ਤੁਹਾਡਾ ਵਜ਼ਨ ਨਾਰਮਲ ਹੈਗਾ, ਤੁਹਾਨੂੰ ਚੰਗੀ ਤਰ੍ਹਾਂ ਨੀਂਦ ਆਉਂਦੀ ਹੈ, ਕੰਮ ਕਰਨ ਵਿੱਚ ਆਲਸ ਨਹੀਂ ਆਉਂਦਾ, ਮਨ ਵਿੱਚ ਚੰਗੇ ਵਿਚਾਰ ਚੱਲਦੇ ਹੈ, ਜੇ ਇਹ ਸਾਰੀ ਚੀਜ਼ਾਂ ਹੈਗੀਆਂ ਨੇ ਤੇ ਤੁਹਾਡਾ ਬਲੱਡ ਪ੍ਰੈਸ਼ਰ 150 ਹੈ, 160 ਹੈ, ਤੇ ਉਹ ਮੈਟਰ ਨਹੀਂ ਕਰਦਾ। ਕਿਉਂਕਿ ਜਿਹੜੀਆਂ ਚੀਜ਼ਾਂ ਐਨਰਜੀ ਵਾਲੀ ਹੈਗੀ ਉਹ ਤਾਂ ਤੁਹਾਡੀ ਵਧੀਆ ਹੀ ਹੈਗੀ। ਲੇਕਿਨ ਅਗਰ ਮੇਰਾ ਬਲੱਡ ਪ੍ਰੈਸ਼ਰ 120 ਦੇ ਆਸ-ਪਾਸ ਹੈਗਾ, ਲੇਕਿਨ ਕਦੀ ਮੇਰੇ ਮੋਢੇ 'ਚ ਦਰਦ ਹੈ, ਕਦੀ ਮੇਰੇ ਗੋਡੇ ਵਿੱਚ ਦਰਦ ਹੈ, ਕਦੀ ਮੇਰਾ ਪੇਟ ਸਾਫ਼ ਨਹੀਂ ਹੋ ਰਿਹਾ, ਕਦੀ ਗੈਸ ਬਣ ਰਹੀ ਹੈ, ਕਦੀ ਮੇਰਾ ਤੋਂਦ ਲਟਕ ਰਹੀ ਹੈ, ਸੋ ਐਨਰਜੀ ਬਹੁਤ ਘੱਟ ਹੈਗੀ, ਥੱਕਾ ਲੱਗਦਾ ਹੈ। ਸੋ ਇਸ ਤਰ੍ਹਾਂ ਦੇ 120 ਦਾ ਮੈਨੂੰ ਕੀ ਫਾਇਦਾ ਬਲੱਡ ਪ੍ਰੈਸ਼ਰ ਦਾ ਮਿਲ ਰਿਹਾ ਹੈ ਨਾ। ਸੋ ਤੁਸੀਂ 150 ਵਿੱਚ ਮੇਰੇ ਤੋਂ ਜ਼ਿਆਦਾ ਹੈਲਦੀ ਹੋ ਤੇ ਮੈਂ 120 ਰੱਖ ਕੇ ਵੀ ਘੱਟ ਹੈਲਦੀ ਹਾਂ। ਦੈਟ ਮੀਨਸ ਕਿ ਜ਼ਰੂਰੀ ਨਹੀਂ ਕਿ ਘੱਟ ਬਲੱਡ ਪ੍ਰੈਸ਼ਰ ਹੋਣਾ ਜ਼ਿਆਦਾ ਹੈਲਥ ਦੇ ਬਰਾਬਰ ਹੈ। ਸੋ ਇਹ ਜਿਹੜੇ ਮੈਂ 8 ਲੱਛਣ ਦੱਸੇ ਤੁਹਾਨੂੰ, ਜੇ ਇਹ 8 ਲੱਛਣ ਸਾਡੇ ਮੈਚ ਕਰਦੇ ਆ, ਦੈਟ ਮੀਨਸ ਕਿ ਆਪਾਂ ਹੈਲਦੀ ਹੈਗੇ ਆ। ਆਪਾਂ ਨੂੰ ਇੰਨੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿ ਸਾਡਾ ਬਲੱਡ ਪ੍ਰੈਸ਼ਰ 120 ਹੈ, 130 ਹੈ ਜਾਂ 140 ਹੈਗਾ, ਹੈ ਨਾ। ਸੋ ਇਹ ਗੱਲ ਆ। ਅਗਲਾ ਸਵਾਲ ਜਿਹੜਾ ਤੁਸੀਂ ਪੁੱਛਿਆ ਸੀਗਾ ਕਿ ਇਹਦਾ ਕਾਜ਼ ਕੀ ਹੈਗਾ, ਜਦ ਸਾਡਾ ਬਲੱਡ ਪ੍ਰੈਸ਼ਰ ਲਗਾਤਾਰ 140 ਤੋਂ ਉੱਤੇ ਰਹਿਣ ਲੱਗ ਪਵੇ, 150 ਦੇ ਉੱਤੇ ਰਹਿਣ ਲੱਗ ਪਵੇ, ਤੇ ਨਾਲ ਸਾਨੂੰ ਸਿਰ ਵਿੱਚ ਦਰਦ ਵੀ ਹੋ ਰਿਹਾ ਹੋਵੇ, ਵੀਕਨੈਸ ਵੀ ਹੋ ਰਹੀ ਹੋਵੇ, ਤੇ ਨਾਲ ਹੀ ਬੋਡੀ ਪੇਨ ਵੀ ਹੋ ਰਿਹਾ ਹੋਵੇ, ਜਿਹੜੇ ਲੱਛਣ ਨੇ ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਦੇ, ਤਾਂ ਸਾਨੂੰ ਸਮਝਣਾ ਪਊਗਾ ਕਿ ਇਹਦੀ ਕਾਜ਼ ਕੀ ਹੈ। ਦਰਅਸਲ ਇਹਦੀ ਕਾਜ਼ ਜਿਹੜੀ ਹੈ ਉਹ ਹੈਗਾ, ਸਿੰਪਲ ਉਦਾਹਰਨ ਨਾਲ ਆਪਾਂ ਸਮਝੀਏ ਕਿ ਜਿਵੇਂ ਆਪਾਂ ਗਾਰਡਨ ਵਿੱਚ ਪਾਣੀ ਦੇਣ ਜਾਂਦੇ ਹਾਂ, ਹੁਣ ਪਾਈਪ ਦੇ ਨਾਲ ਆਪਾਂ ਪਾਣੀ ਦੇਣਾ ਆ ਤੇ ਪਾਈਪ ਪਾਣੀ ਨਿਕਲ ਰਿਹਾ ਹੈ, ਜੇ ਆਪਾਂ ਪਾਈਪ ਨੂੰ ਪ੍ਰੈਸ ਕਰ ਦੇਵਾਂਗੇ, ਦਬਾ ਦਾਂਗੇ, ਤੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਊਗਾ। ਕਿਉਂ? ਕਿਉਂਕਿ ਪਾਈਪ ਦੇ ਅੰਦਰ ਪਾਣੀ ਦੇ ਲੰਘਣ ਦੀ ਥਾਂ ਘੱਟ ਰਹਿ ਗਈ। ਇਸੇ ਤਰ੍ਹਾਂ ਸਾਡੇ ਖੂਨ ਦੀ ਨਾੜੀਆਂ ਵਿੱਚ ਕੀ ਹੁੰਦਾ ਹੈ, ਜਦ ਬਲੋਕੇजेस ਹੋ ਜਾਂਦੀਆਂ ਨੇ ਉਹਦੇ ਵਿੱਚ, ਜਾਂ ਉਹਦੇ ਵਿੱਚ ਘਾਵ ਹੋ ਜਾਂਦੇ ਹੈ ਜਿਸ ਕਰਕੇ ਜਗ੍ਹਾ ਘੱਟ ਰਹਿ ਜਾਂਦੀ ਹੈ, ਜਾਂ ਫਿਰ ਖੂਨ ਗਾੜਾ ਹੋ ਜਾਂਦਾ ਹੈ ਜਿਸ ਕਰਕੇ ਦਿਲ ਨੂੰ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ, ਇਸ ਕਰਕੇ ਬਲੱਡ ਪ੍ਰੈਸ਼ਰ ਜਿਹੜਾ ਹੈ ਸਾਡਾ ਵੱਧ ਜਾਂਦਾ ਹੈ। ਯਾਨੀ ਕਿ ਅਗਰ ਆਪਾਂ ਉਸ ਥਾਂ ਨੂੰ ਵਧਾ ਦਈਏ ਜਾਂ ਬਲੋਕੇਜ ਨੂੰ ਕੱਢ ਦਈਏ ਤੇ ਬਲੱਡ ਪ੍ਰੈਸ਼ਰ ਆਟੋਮੈਟਿਕਲੀ ਸਾਡਾ ਨਾਰਮਲ ਹੋਣ ਲੱਗ ਜਾਏਗਾ। ਸੋ ਇਹ ਉਹਦੀ ਕਾਜ਼ ਸੀਗੀ। ਜੇ ਅਸੀਂ ਮੰਨੀਏ, ਜਿਵੇਂ ਤੁਸੀਂ ਡਾਈਟ ਐਕਸਪਰਟ ਵੀ ਹੈਗੇ, ਤੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਕਿਹੜੀ ਡਾਈਟ ਪਲਾਨ ਤੁਸੀਂ ਯੂਜ਼ ਕਰੋ ਜਿਹਦੇ ਨਾਲ ਤੁਸੀਂ ਬਹੁਤ ਤੰਦਰੁਸਤ ਰਹਿ ਸਕਦੇ ਹੋ। ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਜਿਹਨੂੰ ਤੁਸੀਂ ਬਿਮਾਰੀਆਂ ਹੀ ਨਹੀਂ ਮੰਨਦੇ ਵੀ ਇਹ ਬਿਮਾਰੀਆਂ ਹੈ ਹੀ ਨਹੀਂ, ਇਹ ਸਾਡੇ ਲਾਈਫ ਸਟਾਈਲ ਦੇ ਵਿੱਚ ਚੇਂਜਿੰਗ ਕਰਕੇ ਇਹ ਸਾਰਾ ਕੁਝ ਗੜਬੜ ਹੋਇਆ। ਉਹ ਡਾਈਟਰੀ ਪਲਾਨ ਦੱਸ ਸਕਦੇ ਹੋ ਕਿਹੜਾ ਹੋਵੇ, ਖੁਰਾਕ ਕਿਹੋ ਜਿਹੀ ਖਾਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ? ਜੀ ਬਿਲਕੁਲ, ਆਪਾਂ ਅੱਜ ਉਹੀ ਗੱਲ ਕਰਨੀ ਹੈਗੀ ਕਿ ਉਹ ਡਾਈਟ ਪਲਾਨ ਕੀ ਹੈਗਾ, ਕੀ ਇਲਾਜ ਹੈਗਾ। ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪ ਸਾਰਿਆਂ ਨੇ ਲਗਭਗ ਜਿਹੜਾ ਟ੍ਰੈਡੀਸ਼ਨਲ ਇਲਾਜ ਹੈ ਉਹ ਤਾਂ ਕਰਕੇ ਵੇਖ ਲਿਆ ਹੋਣਾ।
ਕਿ ਜਦ ਵੀ ਕਿਸੇ ਨੂੰ ਹਾਈਪਰਟੈਂਸ਼ਨ ਹੁੰਦੀ ਹੈ ਜਾਂ ਬੀਪੀ ਜ਼ਿਆਦਾ ਹੁੰਦਾ, ਤੁਸੀਂ ਡਾਕਟਰ ਕੋਲ ਜਾਂਦੇ ਹੋ, ਤੇ ਇੱਕ ਖਾਸ ਗੱਲ ਦੇਖੀ ਗਈ ਹੈ ਕਿ ਜਿਹੜੇ ਲੋਕੀ ਜਦ ਡਾਕਟਰ ਕੋਲ ਜਾਂਦੇ ਆ, ਜਿੰਨਾ ਵੱਡਾ ਹਸਪੀਟਲ ਹੋਊਗਾ, ਜਿੰਨਾ ਵਧੀਆ ਡਾਕਟਰ ਹੋਵੇਗਾ, ਜਾਂ ਜਿੰਨਾ ਉੱਥੇ ਚਮਕ ਧਮਕ ਹੋਏਗੀ, ਉਹਨਾਂ ਬੰਦੇ ਦਾ ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਆਪਣੇ ਆਪ ਹੀ ਵਧਣ ਲੱਗ ਪਊਗਾ। ਤੇ ਫਿਰ ਮੈਂ ਦੱਸਿਆ ਸੀ ਆંકੜੇ ਘਟਾਏ ਹੋਏ ਹੈ, ਤੇ ਆંકੜੇ ਘਟਣ ਕਰਕੇ ਹਸਪੀਟਲ ਵਿੱਚ ਬਲੱਡ ਪ੍ਰੈਸ਼ਰ ਵਧਣ ਕਰਕੇ ਤੁਹਾਨੂੰ ਕੋਈ ਨਾ ਕੋਈ ਦਵਾਈ ਦੇ ਦਿੱਤੀ ਜਾਏਗੀ। ਹੁਣ ਉਹ ਦਵਾਈ ਤੁਸੀਂ ਲੈਂਦੇ ਰਹੋਗੇ ਲਗਾਤਾਰ ਕੁਝ ਸਾਲ, ਤੇ ਨਾਲ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਵੀ ਆ ਜਾਊਗੀ, ਨਾਲ ਕੋਲੇਸਟ੍ਰੋਲ ਦੀ ਪ੍ਰੋਬਲਮ ਵੀ ਆ ਜਾਏਗੀ, ਫਿਰ ਉਹਦੀ ਦਵਾਈਆਂ ਵੀ ਖਾਂਦੇ ਰਹੋਗੇ। ਉਸ ਕਰਕੇ ਕੀ ਹੋਏਗਾ ਕਿ ਹੋਰ ਸਾਈਡ ਇਫੈਕਟ ਨਾਲ ਬਣਨੇ ਸ਼ੁਰੂ ਹੋ ਜਾਣਗੇ, ਤੇ ਪੂਰੀ ਉਮਰ ਤੱਕ ਅਸੀਂ ਦਵਾਈਆਂ ਹੀ ਖਾਂਦੇ ਰਹਾਂਗੇ, ਕਦੇ ਵੀ ਹੈਲਦੀ ਲਾਈਫ ਸਟਾਈਲ ਨਹੀਂ ਜੀ ਪਾਵਾਂਗੇ। ਇੱਕ ਤਾਂ ਇਹ ਇਲਾਜ ਦਾ ਤਰੀਕਾ ਹੈਗਾ, ਤੇ ਦੂਜਾ ਜਿਹੜਾ ਇਲਾਜ ਦਾ ਤਰੀਕਾ ਹੈਗਾ ਉਹ ਜੜ ਤੇ ਕੰਮ ਕਰਦਾ ਹੈ। ਜੜ ਤੇ, ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਉਹ ਬਲੋਕੇਜ ਜਿਹੜੀ ਸੀਗੀ ਉਸ ਕਰਕੇ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ ਸੀਗਾ। ਜੇ ਆਪਾਂ ਉਸ ਬਲੱਡ ਪ੍ਰੈਸ਼ਰ ਦੀ ਬਲੋਕੇਜ ਜਿਹੜੀ ਉਸ ਬਲੋਕੇਜ ਨੂੰ ਕੱਢ ਦਈਏ, ਤੇ ਬਲੱਡ ਪ੍ਰੈਸ਼ਰ ਆਟੋਮੈਟਿਕਲੀ ਨਾਰਮਲ ਹੋ ਜਾਏਗਾ। ਸੋ ਉਹ ਬਲੋਕੇਜ ਕਿਉਂ ਬਣੀ ਸੀਗੀ? ਕਿਉਂਕਿ ਸਾਡਾ ਲਾਈਫ ਸਟਾਈਲ ਖਰਾਬ ਸੀਗਾ, ਸਾਡੀ ਬੋਡੀ ਵਿੱਚ ਡਾਇਆਕਸਿਨ ਲਾਈਕ ਸਬਸਟੈਂਸ ਟੌਕਸਿਨ ਬਣ ਰਹੇ ਸੀਗੇ, ਜੋ ਸਾਡੇ ਫੂਡ ਦੇ ਖਾਣ ਪੀਣ ਮਾੜੇ ਹੋਣ ਕਰਕੇ ਬਣੇ ਸੀਗੇ। ਹੁਣ ਸਾਨੂੰ ਉਸ ਟੌਕਸਿਨਸ ਨੂੰ ਬਾਹਰ ਕੱਢ ਦੇਣਾ ਹੈ। ਸੋ ਬਾਹਰ ਕਿੱਦਾਂ ਕੱਢਿਆ ਜਾਏਗਾ, ਉਹਦੇ ਵਾਸਤੇ ਜਿਹੜੀ ਡਾਈਟ ਹੈ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤੇ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ, ਇਹ ਕਈ ਸਾਲਾਂ ਤੋਂ ਲੋਕੀ ਕਰਦੇ ਆ ਰਹੇ ਆ, ਵੱਡੇ ਵੱਡੇ ਡਾਕਟਰਾਂ ਨੇ ਵੀ ਕੀਤੀ ਹੈ। ਜਿਵੇਂ USA ਦੇ ਡਾਕਟਰ ਹੋਏ ਨੇ ਡਾਕਟਰ ਕਾਰਡਵੈਲ ਐਸਐਲਸਟੀਨ, ਇਸ ਤਰ੍ਹਾਂ ਡਾਕਟਰ ਡੀਨ ਔਰਨਿਸ਼, ਇਸ ਤਰ੍ਹਾਂ ਡਾਕਟਰ ਟਿਮ ਕੋਲਿਨ ਕੈਂਪਬੈਲ, ਸਾਡੇ ਇੰਡੀਆ ਵਿੱਚ ਡਾਕਟਰ ਬਿਸ਼ੂ ਰੋਏ ਚੌਧਰੀ ਜੀ ਕਰਦੇ ਨੇ, ਜੋ ਮੇਰੇ ਟ੍ਰੇਨਰ ਵੀ ਰਹੇ ਆ, ਜਿਨ੍ਹਾਂ ਤੋਂ ਮੈਂ ਸਿੱਖਿਆ ਵੀ ਬਹੁਤ ਕੁਝ ਹੈਗਾ। ਸੋ ਉਹ ਜਿਹੜੀ ਡਾਈਟ ਹੈਗੀ ਅੱਜ ਆਪਾਂ ਡਿਸਕਸ ਕਰਾਂਗੇ। ਸੋ ਉਸ ਡਾਈਟ ਵਿੱਚ ਸਾਨੂੰ ਪਹਿਲਾਂ ਸਮਝਣਾ ਪਊਗਾ ਕਿ ਸਵੇਰੇ ਆਪਾਂ ਟਾਈਮ ਸਿਰ ਉੱਠੀਏ, ਲਗਭਗ 6 ਵਜੇ ਦੇ ਆਸ-ਪਾਸ ਉੱਠ ਜਾਈਏ। ਤੇ ਜੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੀ ਹੈ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਹਾਂਜੀ, ਸੋ ਜੀ ਜੀ ਬਿਲਕੁਲ ਆਪ ਦੱਸ ਰਹੇ ਸੀਗੇ ਵੀ ਸਵੇਰ ਤੋਂ ਬ੍ਰੇਕਫਾਸਟ ਤੋਂ ਆਪਾਂ ਕਿਵੇਂ ਸਟਾਰਟ ਕਰਨਾ ਹੈ। ਬਿਲਕੁਲ। ਸੋ ਸਵੇਰੇ ਆਪਾਂ ਜਿੱਦਾਂ ਹੀ ਉੱਠਦੇ ਹਾਂ, ਤਾਂ ਸਵੇਰੇ ਉੱਠ ਕੇ ਅਸੀਂ 2 ਗਲਾਸ ਪਾਣੀ ਸੁੱਚੇ ਮੂੰਹ ਪੀ ਲੈਣਾ ਹੈ, ਯਾਨੀ ਬਰਸ਼ ਕਰਨ ਤੋਂ ਪਹਿਲਾਂ ਹੀ ਸਿਪ ਕਰਕੇ ਸੁੱਚੇ ਮੂੰਹ ਪਾਣੀ ਪੀ ਲੈਣਾ ਹੈ। ਫਿਰ ਘੰਟਾ ਡੇਢ ਠਹਿਰ ਕੇ ਆਪਾਂ ਨੂੰ ਇੱਕ ਸਬਜ਼ੀ ਦਾ ਜੂਸ ਪੀਣਾ ਹੈ। ਜੇ ਵਧੀਆ ਹੋਏਗਾ ਆਪਾਂ ਲੌਕੀ ਦਾ ਜੂਸ ਪੀ ਸਕਦੇ ਹਾਂ, ਜਿਹਨੂੰ ਤੋਰੀ ਜਾਂ ਘੀਆ ਵੀ ਕਿਹਾ ਜਾਂਦਾ ਆ, ਲੌਕੀ ਦਾ ਜੂਸ ਪੀਣਾ ਆ। ਜੇ ਨਹੀਂ ਮਿਲਦੀ ਤਾਂ ਸਫੇਦ ਪੇਠੇ ਦਾ ਜੂਸ ਪੀ ਸਕਦੇ ਹਾਂ। ਜੇ ਉਹ ਵੀ ਨਹੀਂ ਮਿਲਦਾ ਤਾਂ ਗਾਜਰ ਦਾ ਜੂਸ ਪੀ ਸਕਦੇ ਹਾਂ, ਪਾਲਕ ਦਾ, ਖੀਰੇ ਦਾ, ਕਿਸੇ ਵੀ ਸਬਜ਼ੀ ਦਾ ਜੂਸ ਬਣਾ ਕੇ ਪੀ ਸਕਦੇ ਹਾਂ, ਜਾਂ ਫਿਰ ਨਾਰੀਅਲ ਦਾ ਪਾਣੀ ਵੀ ਪੀ ਸਕਦੇ ਹਾਂ। ਸੋ ਇਹ ਹੋ ਗਿਆ ਸਾਡਾ ਮਾਰਨਿੰਗ ਦਾ ਡੀਟੌਕਸ ਡਰਿੰਕ, ਜੋ ਲਗਭਗ ਅਸੀਂ 8 ਵਜੇ ਦੇ ਆਸ-ਪਾਸ ਲਵਾਂਗੇ। ਇੱਕ ਸਵਾਲ ਇੱਥੇ ਇਹ ਆਂਦਾ ਸੀਗਾ ਜੀ, ਆਮ ਕਰਕੇ ਇੱਕ ਧਾਰਨਾ ਬਣੀ ਹੋਈ ਹੈ ਵੀ ਜਦੋਂ ਤੁਸੀਂ ਪਾਣੀ ਪੀਣਾ, ਕੋਈ ਡਰਿੰਕ ਲੈਣੀ ਹੈ ਪੀਣ ਵਾਲੀ ਕੋਈ ਵੀ ਚੀਜ਼, ਤੁਸੀਂ ਬਹਿ ਕੇ ਪੀਣੀ ਹੈ। ਜੇ ਤੁਸੀਂ ਖੜ ਕੇ ਪਾਣੀ ਪੀਓਗੇ, ਖੜ ਕੇ ਦੁੱਧ ਪੀਓਗੇ, ਤੁਹਾਡੇ ਗੋਡੇ ਦਰਦ ਕਰਨ ਲੱਗ ਜਾਣਗੇ। ਕੀ ਇਸ ਵਿੱਚ ਕੋਈ ਸੱਚਾਈ ਹੈ? ਇਹਦੇ ਵਿੱਚ ਸੱਚਾਈ ਤਾਂ ਹੈਗੀ ਆ, ਕਿਉਂਕਿ ਜਿਵੇਂ ਤੁਸੀਂ ਦੁੱਧ ਦੀ ਵੀ ਗੱਲ ਕੀਤੀ ਤੇ ਪਾਣੀ ਦੀ ਵੀ ਗੱਲ ਕੀਤੀ, ਜਿੰਨਾ ਕੁ ਮੈਂ ਆਯੁਰਵੇਦ ਨੂੰ ਦੇਖਿਆ ਉਹਦੇ ਵਿੱਚ ਇਹ ਲਿਖਿਆ ਆ ਕਿ ਜੇ ਆਪਾਂ ਪਾਣੀ ਪੀਣਾ ਤਾਂ ਬਹਿ ਕੇ ਪੀਣਾ, ਤਾਂ ਕਿ ਬੋਡੀ ਦਾ ਸਿਸਟਮ ਜਿਹੜਾ ਹੈਗਾ, ਖੜ ਕੇ ਜਦ ਆਪਾਂ ਪੀਂਦੇ ਹਾਂ ਤੇ ਬਹਿ ਕੇ ਜਦ ਪੀਂਦੇ ਹਾਂ ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਆ ਜਾਂਦਾ ਹੈ। ਜਦ ਬਹਿ ਕੇ ਪੀਂਦੇ ਹਾਂ ਤੇ ਉਹ ਚੰਗੀ ਤਰ੍ਹਾਂ ਬੋਡੀ ਵਿੱਚ ਅਬਜ਼ੋਰਬ ਹੁੰਦੇ ਆ, ਹਰ ਥਾਂ ਨੂੰ ਸੈੱਲ ਨੂੰ ਲੱਗਦੇ ਹੋਏ ਜਾਂਦਾ ਹੈ। ਸੋ ਪਾਣੀ ਸਾਡੇ ਪੂਰੇ ਏਰੀਆ ਵਿੱਚ ਲੱਗ ਕੇ ਜਾਊਗਾ ਤਾਂ ਜ਼ਿਆਦਾ ਵਧੀਆ ਕੰਮ ਕਰੂਗਾ। ਲੇਕਿਨ ਜਦ ਦੁੱਧ ਪੀਣਾ ਆ, ਦੁੱਧ ਬਹਿ ਕੇ ਨਹੀਂ, ਦੁੱਧ ਖੜੇ ਹੋ ਕੇ ਪੀਣਾ ਜ਼ਿਆਦਾ ਵਧੀਆ ਰਹੂਗਾ। ਇਹ ਆਯੁਰਵੇਦ ਵਿੱਚ ਤਾਂ ਦੇਖਣ ਨੂੰ ਮਿਲਿਆ ਸਾਨੂੰ। ਹਾਂਜੀ, ਤੇ ਹੁਣ ਆਪਾਂ ਲੰਚ ਤੇ ਚੱਲੀਏ ਜੀ, ਵੀ ਤੁਸੀਂ ਹਾਂਜੀ। ਬ੍ਰੇਕਫਾਸਟ ਲੰਚ ਦਾ ਦੱਸ ਰਹੇ ਸੀ। ਸੋ ਸਾਡੀ ਡੀਟੌਕਸ ਡਰਿੰਕ ਹੋ ਗਈ, ਸਵੇਰੇ ਸਬਜ਼ੀ ਦਾ ਜੂਸ ਹੋ ਗਿਆ ਲਗਭਗ 8 ਵਜੇ ਦੇ ਆਸ-ਪਾਸ। ਇਸ ਤੋਂ ਬਾਅਦ ਸਾਡਾ ਬ੍ਰੇਕਫਾਸਟ ਦਾ ਟਾਈਮ ਆ ਗਿਆ। ਇਹ ਸਾਡਾ ਹੈਗਾ 9 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਦੇ ਵਿਚਕਾਰ ਸਾਨੂੰ ਆਪਣਾ ਬ੍ਰੇਕਫਾਸਟ ਕਰ ਲੈਣਾ ਹੈ। ਇਹਦੇ ਵਿੱਚ ਬ੍ਰੇਕਫਾਸਟ ਵਿੱਚ ਕੀ ਕਰਨਾ ਹੈ? 4-5 ਤਰ੍ਹਾਂ ਦੇ ਫਲ ਖਾਣੇ ਹੈ। ਜਿਹੜੇ ਫਲ ਸਾਨੂੰ ਪਸੰਦ ਹੈ ਸਭ ਤੋਂ ਜ਼ਿਆਦਾ, ਉਹ ਵਾਲੇ ਫਲ ਖਾਣੇ ਆ। ਕੋਈ ਵੀ ਫਲ ਖਾ ਸਕਦੇ ਹਾਂ, ਕਿੰਨੀ ਵੀ ਕੁਆਂਟਿਟੀ ਵਿੱਚ ਖਾ ਸਕਦੇ ਹਾਂ। ਜਿਵੇਂ ਮੰਨ ਲਓ 9:30 ਵਜੇ ਮੈਂ ਪੂਰੀ ਇੱਕ ਪਲੇਟ ਭਰ ਕੇ ਫਲ ਖਾਦੇ, ਅੰਬ ਖਾਦਾ, ਉਹਦੇ ਵਿੱਚ ਕੇਲਾ ਖਾਦਾ, ਚੰਗੀ ਤਰ੍ਹਾਂ ਭਰ ਕੇ ਮੇਰਾ ਢਿੱਡ ਭਰ ਗਿਆ। ਹੁਣ ਮੈਨੂੰ 11 ਵਜੇ ਫਿਰ ਭੁੱਖ ਲੱਗੀ ਤਾਂ ਮੈਂ ਫਿਰ ਸੰਤਰਾ ਖਾ ਲਿਆ, ਫਿਰ ਮੈਂ ਕੀਵੀ ਖਾ ਲਿਆ, ਜਾਂ ਹੋਰ ਕੋਈ ਫਰੂਟ ਖਾਣ ਦਾ ਜੀ ਕਰਿਆ, ਤੇ 12 ਵਜੇ ਤੱਕ ਸਿਰਫ ਫਰੂਟਸ ਖਾਣੇ। ਹੁਣ ਇਸ ਤੋਂ ਬਾਅਦ ਲੰਚ ਦਾ ਟਾਈਮ ਆ ਗਿਆ। ਹੁਣ ਲੰਚ ਵਿੱਚ ਸਾਨੂੰ ਖਾਸ ਗੱਲ ਕੀ ਵੇਖਣੀ ਹੈਗੀ ਕਿ ਆਪਣਾ ਲੰਚ ਹਮੇਸ਼ਾ 2 ਪਲੇਟਾਂ ਵਿੱਚ ਕਰਨਾ ਹੈ, ਪਲੇਟ 1 ਤੇ ਪਲੇਟ 2। ਪਲੇਟ 1 ਵਿੱਚ ਕੀ ਹੋਊਗਾ? 3-4 ਤਰ੍ਹਾਂ ਦੀ ਕੱਚੀ ਸਬਜ਼ੀਆਂ, ਜਿਵੇਂ ਕਿ ਖੀਰਾ, ਟਮਾਟਰ, ਗਾਜਰ, ਥੋੜ੍ਹੇ ਜਿਹੇ ਉਹਦੇ ਵਿੱਚ ਹਰੇ ਪੱਤੇ ਪਾ ਸਕਦੇ ਹਾਂ, ਥੋੜ੍ਹੀ ਜਿਹੀ ਕਾਲੀ ਮਿਰਚ ਪਾ ਸਕਦੇ ਹਾਂ, ਥੋੜ੍ਹਾ ਜਿਹਾ ਨਿੰਬੂ ਪਾ ਲਿਆ, ਤੇ ਥੋੜ੍ਹੇ ਬਹੁਤ ਡਰਾਈ ਫਰੂਟਸ ਵੀ ਪਾਉਣ ਦਾ ਜੀ ਕਰਿਆ ਤੇ ਉਹ ਵੀ ਪਾ ਸਕਦੇ ਹਾਂ। ਸੋ ਇਸ ਤਰ੍ਹਾਂ ਲਗਭਗ 400 ਗ੍ਰਾਮ ਦੇ ਆਸ-ਪਾਸ ਸਾਨੂੰ ਸਲਾਦ ਦੀ ਇੱਕ ਪਲੇਟ ਬਣਾਉਣੀ ਹੈ, ਤੇ ਉਹਨੂੰ ਆਰਾਮ ਨਾਲ ਚਬਾ ਕੇ ਖਾ ਲੈਣਾ ਹੈ। ਹੁਣ ਜਦ ਆਪਾਂ ਇਹ ਸਲਾਦ ਖਾ ਲਿਆ, ਉਸ ਤੋਂ ਬਾਅਦ ਜਿਹੜੀ ਪਲੇਟ 2 ਹੈ, ਜਿਹਦੇ ਵਿੱਚ ਆਪਾਂ ਘਰ ਦਾ ਬਣਿਆ ਹੋਇਆ ਭੋਜਨ ਹੋਵੇਗਾ, ਸਾਡਾ ਸ਼ੁੱਧ ਸ਼ਾਕਾਹਾਰੀ ਭੋਜਨ, ਉਹ ਖਾ ਲੈਣਾ ਹੈ। ਪਰ ਧਿਆਨ ਰੱਖਣਾ ਹੈ ਕਿ ਉਹਦੇ ਵਿੱਚ ਜ਼ਿਆਦਾ ਨਮਕ ਜਾਂ ਮਸਾਲੇ ਜਾਂ ਜ਼ਿਆਦਾ ਤੜਕੇ ਜਾਂ ਫਿਰ ਜ਼ਿਆਦਾ ਤੇਲ ਤੂਲ ਨਾ ਪਾਇਆ ਹੋਵੇ, ਥੋੜ੍ਹਾ ਸਿੰਪਲ ਭੋਜਨ ਹੋਵੇ ਤੇ ਵਧੀਆ ਰਹੂਗਾ। ਸੋ ਇਸ ਤਰ੍ਹਾਂ ਸਾਡਾ ਹੋ ਗਿਆ ਦੁਪਹਿਰ ਦਾ ਲੰਚ।
ਲੰਚ ਦੇ ਦਿਨ ਇੱਕ ਪਾਣੀ ਦੀ ਖਾਸ ਖਿਆਲ ਕੀ ਰੱਖਣਾ ਹੈ ਕਿ ਰੋਟੀ ਖਾਣ ਵੇਲੇ ਕਦੇ ਵੀ ਪਾਣੀ ਨਾਲ ਨਹੀਂ ਪੀਣਾ, ਤੇ ਪਾਣੀ ਜਦ ਪੀਣਾ ਹੈ ਹਮੇਸ਼ਾ ਰੋਟੀ ਖਾਣ ਤੋਂ 40-50 ਮਿੰਟ ਬਾਅਦ ਹੀ ਪੀਣਾ, ਉਸ ਤੋਂ ਪਹਿਲਾਂ ਪਾਣੀ ਨਹੀਂ ਪੀਣਾ। ਇੱਕ ਤਾਂ ਇਹ ਖਾਸ ਧਿਆਨ ਰੱਖਣ ਵਾਲੀ ਗੱਲ ਹੈ। ਇਸ ਤੋਂ ਬਾਅਦ ਹੁਣ ਸ਼ਾਮ ਨੂੰ ਮਾੜਾ ਮੋਟਾ ਅਗਰ ਸਨੈਕਸ ਖਾਣ ਦਾ ਜੀ ਕਰੇ, ਵਿਚਕਾਰ ਥੋੜੀ ਥੋੜੀ ਭੁੱਖ ਲੱਗਦੀ ਹੈ ਜਿਹੜੀ, ਉਹਦੇ ਵਿੱਚ ਅਸੀਂ ਕੀ ਕਰਨਾ ਹੈ, ਉਹਦੇ ਵਿੱਚ ਨਾਰੀਅਲ ਪਾਣੀ ਪੀ ਸਕਦੇ ਹਾਂ, ਅਸੀਂ ਨਾਰੀਅਲ ਦੀ ਗਿਰੀ ਖਾ ਸਕਦੇ ਹਾਂ, ਜਾਂ ਸਪਰਾਊਟਸ ਖਾ ਸਕਦੇ ਹਾਂ, ਜਾਂ ਡਰਾਈ ਫਰੂਟਸ ਖਾ ਸਕਦੇ ਹਾਂ, ਜਾਂ ਫਿਰ ਕੋਈ ਵੀ ਫਰੂਟ ਜੂਸ ਪੀ ਸਕਦੇ ਹਾਂ, ਜਾਂ ਵੈਜੀਟੇਬਲ ਜੂਸ ਬਣਾ ਕੇ ਪੀ ਸਕਦੇ ਹਾਂ। ਨਹੀਂ ਤਾਂ ਲੋਕਾਂ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ, ਪਰ ਆਪਾਂ ਨੂੰ ਚਾਹ ਨਹੀਂ ਪੀਣੀ ਆ, ਆਪਾਂ ਨੂੰ ਹਰਬਲ ਟੀ ਪੀ ਸਕਦੇ ਹਾਂ ਆਪਾਂ, ਜਿਵੇਂ ਕਿ ਜਿਹਦੇ ਵਿੱਚ ਦਾਲਚੀਨੀ, ਤੁਲਸੀ, ਲੌਂਗ, ਇਲਾਇਚੀ, ਅਦਰਕ, ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਬਿਨਾਂ ਦੁੱਧ ਦੀ ਆਪਾਂ ਦੇਸੀ ਚਾਹ ਬਣਾ ਕੇ ਪੀ ਸਕਦੇ ਹਾਂ। ਫਿਰ ਆਉਂਦਾ ਸਾਡਾ ਡਿਨਰ। ਡਿਨਰ ਵੀ ਬਿਲਕੁਲ ਉਸ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਆਪਾਂ ਲੰਚ ਕੀਤਾ ਸੀਗਾ, ਲਗਭਗ 7-7:30 ਵਜੇ ਦੇ ਆਸ-ਪਾਸ ਡਿਨਰ ਕਰ ਲੈਣਾ ਹੈ। ਉਹਦੇ ਵਿੱਚ ਵੀ 2 ਹੀ ਪਲੇਟਾਂ ਹੋਣਗੀਆਂ, ਪਹਿਲਾਂ ਇੱਕ ਪੂਰੀ ਪਲੇਟ ਕੱਚੀ ਸਬਜ਼ੀਆਂ ਦੀ ਲਗਭਗ 400 ਗ੍ਰਾਮ, ਉਹਨੂੰ ਕੱਚੀ ਸਬਜ਼ੀਆਂ ਖਾਣ ਤੋਂ ਬਾਅਦ ਫਿਰ ਆਪਾਂ ਨੂੰ ਘਰ ਦਾ ਬਣਿਆ ਹੋਇਆ ਸ਼ੁੱਧ ਸ਼ਾਕਾਹਾਰੀ ਭੋਜਨ ਜਿਹੜਾ ਹੈਗਾ ਉਹ ਫਿਰ ਖਾਣਾ ਆ। ਇਹ ਹੋ ਗਿਆ ਸਾਡੀ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਰੂਟੀਨ। ਤੇ ਰਾਤ ਦੇ ਡਿਨਰ ਤੋਂ ਬਾਅਦ ਕੋਸ਼ਿਸ਼ ਕਰੋ ਕਿ 10-15 ਮਿੰਟ ਸੈਰ ਕਰਨ ਜ਼ਰੂਰ ਜਾਓ। ਸੋ ਇਹ ਸਾਡਾ ਰੂਟੀਨ ਹੈਗਾ। ਹਾਂਜੀ, ਇੱਕ ਅੱਜ ਕੱਲ੍ਹ ਹੋਰ ਬਹੁਤ ਜ਼ਿਆਦਾ ਰਿਵਾਜ ਚੱਲਿਆ ਹੈ ਡਾਈਟ ਦਾ। ਜੀ ਮੈਂ ਡਾਈਟ ਤੇ ਆ, ਮੈਂ ਕੁਝ ਨਹੀਂ ਖਾਣਾ, ਮੈਂ ਬਹੁਤ ਘੱਟ ਖਾਣਾ। ਇਸ ਦਾ ਵੀ ਸਰੀਰ ਦੇ ਨਾਲ ਕੋਈ ਸੰਬੰਧ ਹੈ ਵੀ ਬਹੁਤ ਕੁਝ ਛੱਡ ਦੇਣਾ, ਰੋਟੀ ਵੀ ਇੱਕ ਅੱਧੀ ਖਾਣਾ ਹੈ ਨਾ, ਬਾਕੀ ਸਿਰਫ ਪਾਣੀ ਦੇ ਸਹਾਰੇ ਰਹਿਣਾ, ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਲੈਣਾ ਵੀ ਮੈਂ ਵਜਨ ਘਟਾਉਣਾ ਜੀ। ਇਹਦੇ ਬਾਰੇ ਕੋਈ ਦੱਸੋਗੇ? ਜੀ ਅਸਲ ਹੈਲਥ ਜਿਹੜੀ ਹੈਗੀ ਉਹ ਘੱਟ ਖਾਣ ਨਾਲ ਨਹੀਂ ਹੁੰਦੀ, ਹੈਲਥ ਜਿਹੜੀ ਹੈ ਸਹੀ ਚੀਜ਼ ਖਾਣ ਨਾਲ ਹੁੰਦੀ ਹੈ। ਜਿਵੇਂ ਹੁਣ ਮੈਂ ਡਾਈਟ ਦੱਸੀ, ਇਹਦੇ ਵਿੱਚ ਮੈਂ ਕਿਹਾ ਜਿੰਨਾ ਰੱਜ ਕੇ ਫਰੂਟ ਖਾਣਾ ਉਹਨਾਂ ਰੱਜ ਕੇ ਫਰੂਟ ਖਾ ਸਕਦੇ ਹੋ, ਜਿੰਨਾ ਰੱਜ ਕੇ ਸਲਾਦ ਖਾਣਾ ਉਹਨਾਂ ਰੱਜ ਕੇ ਸਲਾਦ ਖਾ ਸਕਦੇ ਹੋ, ਫਿਰ ਪ੍ਰਸ਼ਾਦਾ ਵੀ ਖਾ ਸਕਦੇ ਹੋ, ਸ਼ਾਮ ਨੂੰ ਸਨੈਕਸ ਵੀ ਖਾ ਸਕਦੇ ਹੋ, ਫਿਰ ਰਾਤ ਨੂੰ ਰੱਜ ਕੇ ਸਲਾਦ ਖਾਣਾ ਹੈ, ਫਿਰ ਰੋਟੀ ਖਾਣੀ ਹੈ। ਖਾਣ ਵਾਸਤੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਹੀ ਹੈਗਾ, ਲੇਕਿਨ ਕਿਹੜੀ ਚੀਜ਼ ਖਾ ਰਹੇ ਹਾਂ ਆਪਾਂ, ਸਹੀ ਚੀਜ਼। ਫਰੂਟ ਜਿਹੜਾ ਹੈਗਾ ਉਹ ਸਾਡੇ ਵਾਸਤੇ ਹੈਲਦੀ ਹੈ, ਸੈਲਡ ਜਿਹੜਾ ਹੈ ਸਾਡੇ ਵਾਸਤੇ ਹੈਲਦੀ ਹੈ। ਫਿਰ ਸੈਲਡ ਖਾਣ ਤੋਂ ਬਾਅਦ ਜਿਹੜੀ ਰੋਟੀ ਸਬਜ਼ੀ ਖਾਵਾਂਗੇ ਉਹ ਵੀ ਸਾਡੇ ਸਰੀਰ ਨੂੰ ਕਿਤੇ ਨਾ ਕਿਤੇ ਜਾ ਕੇ ਸਪੋਰਟ ਕਰੇਗੀ। ਫਿਰ ਸ਼ਾਮ ਦੇ ਸਨੈਕਸ ਜਿਹੜੇ ਉਹ ਵੀ ਅਸੀਂ ਹੈਲਦੀ ਦੀ ਗੱਲ ਕੀਤੀ। ਸੋ ਇਹ ਜਿਹੜੀ ਹੈਲਦੀ ਚੀਜ਼ਾਂ ਨੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਈਏ ਤੇ ਸਾਨੂੰ ਵਧੀਆ ਕਰਨਗੇ। ਲੇਕਿਨ ਜੇ ਆਪਾਂ ਖਾਣਾ ਛੱਡ ਦਈਏ, ਖਾਣਾ ਉਹਦੇ ਨਾਲ ਕੀ ਹੋਏਗਾ ਕਿ ਸਾਨੂੰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੋ ਸਕਦੀ ਹੈ, ਯਾਨੀ ਕਿ ਜਿਹੜੇ ਵਿਟਾਮਿਨ ਤੇ ਮਿਨਰਲ ਸਾਨੂੰ ਚਾਹੀਦੇ ਆ ਉਹ ਘੱਟ ਪੂਰਤੀ ਹੋਣਗੀ, ਇਸ ਕਰਕੇ ਸਾਨੂੰ ਹੈਲਥ ਇਸ਼ੂਜ਼ ਆ ਸਕਦੇ ਆ। ਹਾਂਜੀ, ਜੇ ਡਾਈਟ ਆਪਾਂ ਜਿਹੜੀ ਫੋਲੋ ਕਰਦੇ ਹੈਗੇ ਆ, ਉਹਦੇ ਲਈ ਹੋਰ ਕੋਈ ਖਾਸ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ ਵੀ ਹਾਂ ਜੀ ਆਹ ਚੀਜ਼ਾਂ ਤੋਂ ਪਰਹੇਜ਼ ਵੀ ਕਰਨਾ ਹੈ? ਉਹ ਕਿਹੜੀਆਂ ਹਾਂਜੀ। ਖਾਸ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਤੋਂ ਬਿਲਕੁਲ ਅਵੋਇਡ ਕਰਨਾ ਹੈ? ਇੱਕ ਸਵਾਲ ਹੋਰ ਮੇਰਾ ਬਣਦਾ ਇੱਥੇ ਕਿ ਨਮਕ ਨੂੰ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਦੇ ਲਈ ਖਤਰਨਾਕ ਮੰਨਿਆ ਗਿਆ ਵੀ ਨਮਕ ਤਾਂ ਤੁਸੀਂ ਦੂਰ ਹੀ ਕਰ ਦਿਓ ਜੀ। ਸ਼ੂਗਰ ਦੇ ਲਈ ਜਿਵੇਂ ਕਹਿੰਦੇ ਆ ਖੰਡ ਦੂਰ ਕਰ ਦਿਓ, ਜੇ ਬਲੱਡ ਪ੍ਰੈਸ਼ਰ ਹੈ ਤੇ ਤੁਸੀਂ ਨਮਕ ਦੂਰ ਕਰ ਦਿਓ। ਇਸੇ ਬਾਰੇ ਵੀ ਦੱਸੋ ਪਲੀਜ਼। ਜਿਵੇਂ ਪਿਛਲੀ ਵੀਡੀਓ ਵਿੱਚ ਮੈਂ ਦੱਸਿਆ ਸੀਗਾ ਕਿ ਜਿਹੜੀ ਰਿਫਾਈਨਡ ਸ਼ੂਗਰ ਹੁੰਦੀ ਹੈ ਉਹ ਸਾਡੇ ਵਾਸਤੇ ਵਧੀਆ ਨਹੀਂ ਹੈਗੀ, ਲੇਕਿਨ ਜਿਹੜੇ ਖਜੂਰ ਨੇ ਉਹ ਅਸੀਂ ਖਾ ਸਕਦੇ ਹਾਂ, ਉਹ ਨੈਚੁਰਲ ਸ਼ੂਗਰ ਹੈ, ਅਸੀਂ ਖਾ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਅਗਰ ਨਮਕ ਦੀ ਗੱਲ ਕਰੀਏ, ਨਮਕ ਦਾ ਬੀਪੀ ਵਿੱਚ ਕਿਉਂ ਮਨਾ ਕੀਤਾ ਜਾਂਦਾ, ਦਾ ਕਾਰਨ ਇਹ ਹੈਗਾ ਕਿ ਨਮਕ ਨਾਲ ਸੋਡੀਅਮ ਨਾਲ ਫਲੂਇਡ ਰਿਟੈਂਸ਼ਨ ਹੁੰਦਾ ਹੈ। ਫਲੂਇਡ ਜੀ ਰਿਟੈਂਸ਼ਨ ਹੋਣ ਕਰਕੇ ਜਿਹੜਾ ਖੂਨ ਨੂੰ ਜਿਹੜਾ ਪ੍ਰੈਸ਼ਰ ਹੈਗਾ ਉਹ ਵੱਧਦਾ ਹੈ। ਸੋ ਐਜ਼ ਦਾ ਰਿਜ਼ਲਟ ਜੇ ਆਪਾਂ ਨਮਕ ਦੀ ਇਨਟੇਕ ਘਟਾ ਦਈਏ, ਸੋਡੀਅਮ ਦੀ ਇਨਟੇਕ ਘਟ ਜਾਏਗੀ ਤੇ ਜਿਹੜਾ ਬਲੱਡ ਪ੍ਰੈਸ਼ਰ ਹੈ ਥੋੜਾ ਥੋੜਾ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ। ਲੇਕਿਨ ਜਿਹੜਾ ਨਮਕ ਵੀ ਆਪਾਂ ਵਰਤਣਾ ਹੈਗਾ ਉਹ ਹਾਈ ਕੁਆਂਟੀਟੀ ਵਿੱਚ ਨਹੀਂ ਵਰਤਣਾ, ਨਾਰਮਲ ਕੁਆਂਟੀਟੀ ਵਿੱਚ ਵਰਤਣਾ ਹੈ। ਪਲੱਸ ਜਿਹੜਾ ਆਪਾਂ ਸਲਾਦ ਵਗੈਰਾ ਖਾ ਰਹੇ ਹਾਂ ਉਹ ਉਹਨੂੰ ਬੈਲੈਂਸ ਵਿੱਚ ਰੱਖੂਗਾ। ਇੱਥੇ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿਹੜਾ ਟਾਟਾ ਨਮਕ ਜਾਂ ਆਇਓਡਾਈਜ਼ ਸਾਲਟ, ਜਿਹੜਾ ਵਾਈਟ ਸਾਲਟ ਆਉਂਦਾ ਹੈ, ਉਹਨੂੰ ਬਦਲ ਕੇ ਸਾਨੂੰ ਸਿੰਧਾ ਨਮਕ ਵਰਤਣਾ ਚਾਹੀਦਾ ਹੈ। ਇਹਨੂੰ ਰੌਕ ਸਾਲਟ ਕਹਿੰਦੇ ਆ, ਇਹ ਸਾਡੇ ਵਾਸਤੇ ਵਧੀਆ ਹੁੰਦਾ ਆ। ਤੇ ਜਿਹੜੀ ਪ੍ਰੀਕਾਸ਼ਨਸ ਦੀ ਆਪ ਜੀ ਨੇ ਗੱਲ ਕੀਤੀ ਸੀਗੀ ਕਿ ਕਿਹੜੇ ਆਪਾਂ ਨੂੰ ਪਰਹੇਜ਼ ਰੱਖਣੇ ਆ, 2 ਮੇਨ ਜਿਹੜੇ ਪਰਹੇਜ਼ ਹੈਗੇ ਉਹ ਇਹ ਹੈਗੇ ਕਿ ਕੋਈ ਵੀ ਚੀਜ਼ ਜੋ ਫੈਕਟਰੀ ਵਿੱਚੋਂ ਆਉਂਦੀ ਹੈ, ਜਿਵੇਂ ਕਿ ਕੋਲਡ ਡਰਿੰਕ ਹੋ ਗਈ, ਪੀਜ਼ਾਜ਼, ਪੈਟੀਜ਼, ਬਰਗਰਸ, ਚੌਮੀਨਸ, ਨੂਡਲਸ, ਇਹ ਸਾਰੀ ਜਿਹੜੀ ਚੀਜ਼ਾਂ ਹੈਗੀਆਂ ਨੇ, ਅਤੇ ਰਿਫਾਈਨਡ ਆਇਲ ਜਿਹੜੇ ਹੋ ਗਏ, ਇਹ ਚੀਜ਼ਾਂ ਤੋਂ ਆਪਾਂ ਨੂੰ ਬਚ ਕੇ ਰਹਿਣਾ ਹੈ। ਜੋ ਵੀ ਫੈਕਟਰੀ ਤੋਂ ਆਉਂਦੀ ਹੈ, ਜਿਹੜੀ ਰੱਬ ਤੋਂ ਬਣਾਈ ਹੋਈ ਹੈ, ਡਾਇਰੈਕਟਲੀ ਨੇਚਰ ਤੋਂ ਆਉਂਦੀ ਹੈ, ਜਿਵੇਂ ਸੇਬ, ਸੰਤਰੇ, ਸਲਾਦ, ਇਹ ਸਭ ਚੀਜ਼ਾਂ ਖਾ ਸਕਦੇ ਹਾਂ। ਫਿਰ ਦੂਜੀ ਜਿਹੜੀ ਚੀਜ਼ ਹੈਗੀ ਪਰਹੇਜ਼ ਵਾਸਤੇ, ਉਹ ਹੈ ਐਨੀਮਲ ਫੂਡ। ਜੋ ਵੀ ਚੀਜ਼ ਜਾਨਵਰਾਂ ਵਿੱਚੋਂ ਨਿਕਲ ਕੇ ਆਉਂਦਾ, ਅੰਡੇ, ਮੱਛਲੀ, ਮਾਸ, ਈਵਨ ਦੁੱਧ ਦੀ ਚੀਜ਼ਾਂ, ਦੁੱਧ, ਘਿਓ, ਪਨੀਰ, ਇਹ ਸਾਰੀ ਚੀਜ਼ਾਂ ਹੈਗੀਆਂ, ਇਹਨਾਂ ਤੋਂ ਵੀ ਜਦ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਇਹਨਾਂ ਨੂੰ ਵੀ ਪੂਰਾ ਪਰਹੇਜ਼ ਰੱਖਣਾ ਚਾਹੀਦਾ ਆ ਸਾਨੂੰ। ਫਿਰ ਤੁਸੀਂ ਜੇ ਆਪਾਂ ਵੈਜੀਟੇਬਲ ਆਇਲ ਯੂਜ਼ ਕਰਨਾ ਹੋਵੇ, ਤੁਸੀਂ ਕਿਹੜਾ ਆਇਲ ਰਿਕਮੈਂਡ ਕਰੋਗੇ ਵੀ ਹਾਂ ਇਹ ਤੇਲ ਬਹੁਤ ਵਧੀਆ ਰਹਿੰਦਾ ਹੈ? ਜਿਹੜਾ ਕੱਚੀ ਕਣੀ ਦਾ ਸਾਡਾ ਤੇਲ ਹੁੰਦਾ ਆ, ਸਰਸੋਂ ਦਾ ਤੇਲ ਹੋ ਗਿਆ, ਆਪਾਂ ਉਹ ਵਰਤ ਸਕਦੇ ਹਾਂ, ਜਾਂ ਫਿਰ ਆਪਾਂ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਆ ਉਹ ਵਰਤ ਸਕਦੇ ਹਾਂ। ਪਰ ਕੋਸ਼ਿਸ਼ ਕੀ ਕਰਨੀ ਚਾਹੀਦੀ ਹੈ ਕਿ ਉਹ ਵਾਲਾ ਨਹੀਂ ਜਿਹੜਾ ਮਾਰਕੀਟ 'ਚ ਰਿਫਾਈਨਡ ਮਿਲਦਾ ਆ, ਬਲਕਿ ਉਹ ਜਿਹੜਾ ਆਪਾਂ ਆਪ ਪਿਸਵਾ ਕੇ ਉਹਨੂੰ ਲੈ ਕੇ ਆਈਏ ਤੇ ਉਹਦੇ ਫਾਇਦੇ ਸਾਨੂੰ ਗੁਣ ਵੀ ਮਿਲਦੇ ਆ। ਜੀ। ਤੇ ਜੇ ਮੰਨ ਲਵੋ ਜਿਵੇਂ ਅੱਜ ਕੱਲ੍ਹ ਜਿਹੜੀ ਬਲੱਡ ਪ੍ਰੈਸ਼ਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ, ਕਈ ਤਾਂ ਬਹੁਤ ਲੋਕੀ ਜਿਹੜੇ ਹੈਗੇ ਆ ਦਵਾਈਆਂ ਦੇ ਉੱਤੇ ਵੀ ਲੱਗੇ ਹੋਏ ਆ ਵੀ ਦਵਾਈਆਂ ਵਗੈਰਾ ਉਹ ਯੂਜ਼ ਕਰਦੇ ਆ, ਡੇਲੀ ਖਾਣੀ ਪੈਂਦੀ ਆ।
ਪਰ ਕੀ ਇਨਸਟੈਂਟ ਕੋਈ ਤੁਹਾਡੇ ਕੋਲ ਐਸੀ ਇਲਾਜ ਹੈ ਜਿਹਦੇ ਕਰਕੇ ਆਪਾਂ ਮੰਨ ਲਈਏ ਵੀ ਹਾਂ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੋਇਆ ਇਨਸਟੈਂਟ ਕੋਈ ਇਹੋ ਜਿਹਾ ਕੋਈ ਜੁਗਤੀ ਹੋਵੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਉਸ ਨੂੰ ਇੱਕਦਮ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ? ਹਾਂਜੀ, ਬਲੱਡ ਪ੍ਰੈਸ਼ਰ ਨੂੰ ਇੰਸਟੈਂਟਲੀ ਕੰਟਰੋਲ ਕਰਨ ਵਾਸਤੇ ਜੁਗਤੀ ਤੋਂ ਆਉਣ ਤੋਂ ਪਹਿਲਾਂ ਤੁਸੀਂ ਦਵਾਈਆਂ ਦੀ ਗੱਲ ਕੀਤੀ। ਮੈਂ ਦਵਾਈਆਂ ਬਾਰੇ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਆਪਾਂ ਉਹਦੀ ਕੋਕਰੇਨ ਕੋਲੈਬੋਰੇਸ਼ਨ ਦੀ ਰਿਪੋਰਟ ਬਾਰੇ ਗੱਲ ਕੀਤਾ ਕਿ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਆਲਰੇਡੀ 140/90 ਤੋਂ ਥੱਲੇ ਹੈਗਾ ਤੇ ਉਹ ਦਵਾਈਆਂ ਖਾ ਰਿਹਾ ਹੈ ਤੇ ਉਹ ਆਪਣਾ ਨੁਕਸਾਨ ਕਰ ਰਿਹਾ ਹੈ, ਉਹਨੂੰ ਸਾਈਡ ਇਫੈਕਟਸ ਆ ਰਹੇ ਹੈ। ਦੂਜੀ ਗੱਲ, ਜਿਹੜੀ ਲੈਂਸੈਟ 2016 ਦੀ ਰਿਪੋਰਟ ਸੀਗੀ, ਕਿਸੇ ਦਾ ਅਗਰ ਬਲੱਡ ਪ੍ਰੈਸ਼ਰ ਆਲਰੇਡੀ 120/70 ਹੈਗਾ ਤੇ ਉਹ ਦਵਾਈਆਂ ਖਾ ਰਿਹਾ ਹੈ ਤੇ ਉਹਨੂੰ ਹਾਰਟ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਉਹਦਾ ਕਾਰਨ ਇਹ ਹੈਗਾ ਕਿ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਬਲੱਡ ਪ੍ਰੈਸ਼ਰ ਹੋਣ ਦਾ ਕਾਰਨ ਕੀ ਸੀਗਾ, ਵਧਣ ਦਾ ਕਾਰਨ ਕੀ ਸੀਗਾ, ਬਲੋਕੇਜ। ਦਵਾਈ ਜਿਹੜੀ ਹੈ ਉਹ ਬਲੋਕੇਜ ਨੂੰ ਠੀਕ ਨਹੀਂ ਕਰ ਰਹੀ। ਉਹ ਕੀ ਕਰ ਰਹੀ ਹੈ, ਸਾਡੇ ਦਿਲ ਨੂੰ ਇਸ ਤਰ੍ਹਾਂ ਬਣਾ ਰਹੀ ਆ ਕਿ ਉਹ ਘੱਟ ਜ਼ੋਰ ਲਾ ਕੇ ਉਹਨੂੰ ਭੇਜੇ, ਯਾਨੀ ਕਿ ਸਾਡੇ ਦਿਲ ਨੂੰ ਦਵਾਈਆਂ ਬੂੜਾ ਬਣਾ ਰਹੀਆਂ ਨੇ। ਸਮਝ ਰਹੇ ਹੋ ਮੇਰੀ ਗੱਲ? ਸੋ ਜੀ ਇਹ ਜੀ। ਖੇਡ ਚੱਲਦੀ ਪਈ ਹੈ। ਸੋ ਜੇ ਸਾਡਾ ਸਰਕੂਲੇਟਰੀ ਸਿਸਟਮ ਵੀਕ ਹੋਏਗਾ ਤੇ ਕਿਤੇ ਨਾ ਕਿਤੇ ਜਿਹੜਾ ਵੱਡਾ ਸਾਈਡ ਇਫੈਕਟ ਆਉਂਦਾ ਹੈ ਉਹ ਹੈਗਾ ਇਰੈਕਟਾਈਲ ਡਿਸਫੰਕਸ਼ਨ, ਇੰਪੋਟੈਂਸੀ ਦਾ, ਜਿਹੜਾ ਮਰਦਾਂ ਨੂੰ ਫਿਰ ਦਿੱਕਤ ਇਸ ਚੀਜ਼ ਦੀ ਆਉਂਦੀ ਆ। ਇਸ ਤੋਂ ਇਲਾਵਾ ਵੀਕਨੈਸ ਵਗੈਰਾ ਹੋਣੀ ਆ। ਸੋ ਜਿਹੜੀ ਆਪਾਂ ਲੌਂਗ ਟਰਮ ਦੀ ਗੱਲ ਕਰੀਏ ਕਿ ਬਲੱਡ ਪ੍ਰੈਸ਼ਰ ਤੋਂ ਪਰਮਾਨੈਂਟ ਸਾਡਾ ਇਲਾਜ ਹੋ ਜਾਵੇ, ਉਹਦੇ ਵਾਸਤੇ ਤਾਂ ਆਪਾਂ ਡਾਈਟ ਦੀ ਗੱਲ ਕਰ ਲਈ ਹੈਗੀ। ਤੇ ਜਿਹੜੀ ਇੰਸਟੈਂਟ ਰੈਮੇਡੀ ਦੀ ਆਪ ਜੀ ਨੇ ਗੱਲ ਕੀਤੀ ਕਿ ਜੇ ਮੰਨ ਲਓ ਥੋੜਾ ਜਿਹਾ ਵਧੀ ਹਾਂਜੀ ਜਾਵੇ ਤੇ ਤੁਹਾਨੂੰ ਬੋਡੀ ਏਕ ਵੀ ਹੋਣ ਲੱਗ ਪਵੇ, ਸਰੀਰ ਵਿੱਚ ਦਰਦ ਹੋ ਰਿਹਾ ਹੈ ਅਚਾਨਕ ਤੋਂ ਬਲੱਡ ਪ੍ਰੈਸ਼ਰ ਵਧਣ ਕਰਕੇ, ਤੇ ਫਿਰ ਸਾਨੂੰ ਕੀ ਕਰਨਾ ਪਊਗਾ ਕਿ ਸਾਨੂੰ ਇੱਕ ਬਾਲਟੀ ਲੈਣੀ ਹੈ, ਉਹਦੇ ਵਿੱਚ ਪੂਰਾ ਉੱਤੇ ਦਾ ਗਰਮ ਪਾਣੀ ਭਰ ਲੈਣਾ ਹੈ। ਇੰਨਾ ਗਰਮ ਹੋਵੇ ਕਿ ਸਾਡੀ ਸਕਿਨ ਨਾ ਛਿਲ ਜਾਵੇ ਉਹਦੇ ਨਾਲ, ਪਰ ਇੰਨਾ ਵੀ ਠੰਡਾ ਨਾ ਹੋਵੇ ਕਿ ਅਸੀਂ ਆਰਾਮ ਨਾਲ ਉਹਦੇ ਵਿੱਚ ਪੈਰ ਪਾ ਪਈਏ। ਥੋੜਾ ਜਿਹਾ ਸਾਨੂੰ ਸੇਕ ਲੱਗਣਾ ਚਾਹੀਦਾ ਆ। ਸੋ ਉਸ ਬਾਲਟੀ ਵਿੱਚ ਪੂਰਾ ਉੱਤੇ ਦਾ ਗਰਮ ਪਾਣੀ ਭਰ ਕੇ ਉਹਦੇ ਵਿੱਚ ਆਪਾਂ ਪੈਰਾਂ ਨੂੰ ਆਪਣੇ ਪੈਰਾਂ ਨੂੰ ਡੁਬੋ ਲੈਣਾ ਹੈ ਤੇ ਆਪਣੇ ਗੋਡੇ ਤੱਕ ਪਾਣੀ ਪੂਰਾ ਭਰ ਜਾਣਾ ਚਾਹੀਦਾ ਹੈ। ਇਸ ਤਰ੍ਹਾਂ 15-20 ਮਿੰਟ ਆਪਾਂ ਉਸ ਗਰਮ ਪਾਣੀ ਵਿੱਚ ਪੈਰ ਪਾ ਕੇ ਬੈਠਾਂਗੇ ਤੇ ਅਸੀਂ ਦੇਖਾਂਗੇ 15-20 ਮਿੰਟ ਵਿੱਚ ਹੀ ਸਾਡਾ ਜਿਹੜਾ 10 ਪੁਆਇੰਟ ਜਿਹੜਾ ਹੈਗਾ 10 ਮਿਲੀਮੀਟਰ ਆਫ ਮਰਕੂਰੀ ਜਿਹੜਾ ਹੈਗਾ ਆਪਣਾ ਬਲੱਡ ਪ੍ਰੈਸ਼ਰ ਘਟ ਜਾਵੇਗਾ ਤੇ ਸਾਨੂੰ ਰਿਲੈਕਸੇਸ਼ਨ ਮਿਲ ਜੂਗੀ। ਹਾਂਜੀ, ਇਹ ਸੈਰ ਦਾ ਬਲੱਡ ਪ੍ਰੈਸ਼ਰ ਦੇ ਨਾਲ ਕੋਈ ਸੰਬੰਧ ਹੈ ਵੀ ਜੇ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਵੀ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਜਾਂ ਆਰਾਮ ਕਰਨਾ ਚਾਹੀਦਾ? ਦੋਨਾਂ ਵਿੱਚੋਂ ਕਿਹੜਾ ਪੱਖ ਜ਼ਿਆਦਾ ਮਜ਼ਬੂਤ ਹੈ? ਜੇ ਇੰਸਟੈਂਟ ਦੀ ਆਪਾਂ ਗੱਲ ਕਰੀਏ ਤੇ ਉਹਦਾ ਕੋਈ ਡਾਇਰੈਕਟ ਰਿਲੇਸ਼ਨ ਨਹੀਂ ਹੈਗਾ, ਪਰ ਲੰਬੇ ਸਮੇਂ ਵਿੱਚ ਜਿਹੜੇ ਲੋਕੀ ਐਕਸਰਸਾਈਜ਼ ਕਰਦੇ ਨੇ ਜਾਂ ਸੈਰ ਤੇ ਜਾਂਦੇ ਆ ਉਹਨਾਂ ਦਾ ਬਲੱਡ ਪ੍ਰੈਸ਼ਰ ਆਟੋਮੈਟਿਕਲੀ ਕੰਟਰੋਲ ਵਿੱਚ ਰਹਿੰਦਾ, ਕਿਉਂਕਿ ਸਾਡੀ ਜਿਹੜੀ ਬੋਡੀ ਹੈ ਉਹ ਬਣੀ ਹੀ ਤੁਰਨ ਫਿਰਨ ਵਾਸਤੇ, ਕੰਮਕਾਜ ਕਰਨ ਵਾਸਤੇ ਹੈਗਾ। ਜੇ ਅਸੀਂ ਬਿਲਕੁਲ ਹੀ ਸੈਡੈਂਟਰੀ ਲਾਈਫਸਟਾਈਲ ਅਪਣਾ ਰਹੀਏ, ਜਿਹਦੇ ਵਿੱਚ ਆਪਾਂ ਬਿਲਕੁਲ ਕੁਰਸੀ ਤੇ ਹੀ ਬੈਠ ਰਹੀਏ, ਲੇਟੇ ਰਹੀਏ, ਤੇ ਬੋਡੀ ਜਿਹੜਾ ਹੈਗਾ ਉਹ ਆਪਟੀਮਮਲੀ ਫੰਕਸ਼ਨ ਨਹੀਂ ਕਰ ਪਾਉਂਦੀ, ਜਿਸ ਕਰਕੇ ਕਦੀ ਹਾਰਮੋਨਲ ਇੰਬੈਲੈਂਸ ਹੁੰਦਾ ਹੈ, ਕਦੀ ਬਲੱਡ ਪ੍ਰੈਸ਼ਰ ਆਊਟ ਆਫ ਰੇਂਜ ਜਾਂਦਾ ਹੈ, ਕਦੀ ਸ਼ੂਗਰ ਦੀ ਪ੍ਰੋਬਲਮ ਆਉਂਦੀ ਹੈ। ਸੋ ਇਹ ਸਾਰੀ ਚੀਜ਼ਾਂ ਹੁੰਦੀਆਂ ਨੇ। ਸੋ ਲੌਂਗ ਟਰਮ ਵਿੱਚ ਸਾਨੂੰ ਸੈਰ ਕਰਨੀ ਚਾਹੀਦੀਆਂ ਨੇ, ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਹਾਂਜੀ, ਐਂਡ ਦੇ ਵਿੱਚ ਕੋਈ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਮੈਸੇਜ ਛੱਡੋਗੇ? ਹਾਂਜੀ, ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਸ ਵੀਡੀਓ ਵਿੱਚ ਜਿਹੜੀ ਆਪਾਂ ਗੱਲਾਂ ਕੀਤੀਆਂ ਇਹ ਤੁਸੀਂ ਜ਼ਰੂਰ ਆਪਣੇ ਆਪ ਨੂੰ ਸਮਝਾਓ ਤੇ ਨਾਲ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਸਮਝਾਓ। ਤੇ ਇਹ ਜਿਹੜੀ ਡਾਈਟ ਪਲਾਨ ਹੈਗੀ ਤੁਸੀਂ ਸੇਫਲੀ ਫੋਲੋ ਕਰ ਸਕਦੇ ਆ। ਜੇ ਤੁਹਾਡੀ ਉਮਰ 45 ਤੋਂ ਥੱਲੇ ਹੈਗੀ, ਤੁਹਾਨੂੰ ਬਹੁਤ ਸਾਰੀ ਬਿਮਾਰੀਆਂ ਨਹੀਂ ਹੈਗੀ, ਇਕੱਲੀ ਬਲੱਡ ਪ੍ਰੈਸ਼ਰ ਹੈਗੀ, ਨਾਲ ਤੁਸੀਂ ਬਹੁਤ ਸਾਰੀ ਦਵਾਈਆਂ ਨਹੀਂ ਖਾ ਰਹੇ, 1-2 ਦਵਾਈਆਂ ਖਾ ਰਹੇ ਹੈ ਤੇ ਬਹੁਤ 10-15 ਸਾਲ ਤੋਂ ਬੀਪੀ ਦੀ ਪ੍ਰੋਬਲਮ ਨਹੀਂ ਹੈਗੀ, 5-6 ਸਾਲ ਹੋਏ ਆ, ਤਾਂ ਤੁਸੀਂ ਇਹਨੂੰ ਬਿਨਾਂ ਸੁਪਰਵਿਜ਼ਨ ਦੇ ਆਪ ਹੀ ਫੋਲੋ ਕਰਕੇ ਆਪ ਹੀ ਠੀਕ ਹੋ ਸਕਦੇ ਹੋ। ਲੇਕਿਨ ਜੇ ਤੁਹਾਨੂੰ ਕਾਫੀ ਸਾਰੀ ਪ੍ਰੋਬਲਮਸ ਹੈਗੀਆਂ ਨੇ, ਨਾਲ ਤੁਸੀਂ ਕਾਫੀ ਸਾਰੀ ਦਵਾਈਆਂ ਖਾ ਰਹੇ ਹੋ, ਕਾਫੀ ਲੰਬੀ ਪੁਰਾਣੀ ਹੈਗੀ, ਤੇ ਤੁਸੀਂ ਸੁਪਰਵਿਜ਼ਨ ਵਿੱਚ ਫੋਲੋ ਕਰੋਗੇ ਤੇ ਇਹਦਾ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ। ਇੱਥੇ ਮੈਂ ਇੱਕ ਖਾਸ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਉਹਨੂੰ ਇਸ ਡਾਈਟ ਨੂੰ ਫੋਲੋ ਕਰਨ ਲੱਗੇ ਹੈ ਤੇ ਉਹਨਾਂ ਦਾ ਮਨ ਵਿੱਚ ਇੱਕ ਸਵਾਲ ਆਏਗਾ ਕਿ ਦਵਾਈਆਂ ਨੂੰ ਆਪਾਂ ਕਿਵੇਂ ਫਿਰ ਐਡਜਸਟ ਕਰੀਏ, ਇਸ ਡਾਈਟ ਦੇ ਨਾਲ ਦਵਾਈਆਂ ਲੈਣੀਆਂ ਨੇ ਕਿ ਨਹੀਂ ਲੈਣੀਆਂ ਨੇ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਦਵਾਈ ਤੁਸੀਂ ਕੰਟੀਨਿਊ ਰੱਖੋ, ਨਾਲ ਤੁਸੀਂ ਡਾਈਟ ਸਟਾਰਟ ਕਰ ਦੇਵੋ। ਜਿਵੇਂ ਤੁਸੀਂ ਡਾਈਟ ਫੋਲੋ ਕਰਦੇ ਜਾਓਗੇ ਤੁਹਾਡਾ ਬਲੱਡ ਪ੍ਰੈਸ਼ਰ ਆਪਣੇ ਆਪ ਕੰਟਰੋਲ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਜਿਹੜਾ ਕੰਮ ਦਵਾਈ ਆਰਟੀਫਿਸ਼ੀਅਲੀ ਕਰ ਰਹੀ ਸੀ ਉਹ ਡਾਈਟ ਤੁਹਾਡਾ ਕਰਨ ਲੱਗ ਪਏਗੀ। ਇਹਦੇ ਵਾਸਤੇ ਮੈਂ ਇੱਕ ਉਦਾਹਰਣ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਿਵੇਂ ਫੋਰ ਐਗਜ਼ਾਮਪਲ ਮੇਰਾ ਬਲੱਡ ਪ੍ਰੈਸ਼ਰ ਅਗਰ ਮੰਨ ਲਓ 150-160 ਦੇ ਆਸ-ਪਾਸ ਰਹਿ ਰਿਹਾ ਹੈ ਤੇ ਮੈਂ 2 ਦਵਾਈਆਂ ਖਾ ਰਿਹਾ ਸਵੇਰੇ ਤੇ ਸ਼ਾਮ, ਤੇ ਮੈਂ ਇੱਕ ਹਫ਼ਤਾ ਡਾਈਟ ਫੋਲੋ ਕੀਤੀ, ਰੋਜ਼ ਆਪਣਾ ਬਲੱਡ ਪ੍ਰੈਸ਼ਰ ਚੈੱਕ ਕੀਤਾ, ਮੈਂ ਦੇਖਿਆ 4-5 ਦਿਨ ਬਾਅਦ ਮੇਰਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ 140 ਦੇ ਆਸ-ਪਾਸ ਆਉਣ ਲੱਗ ਪਿਆ, 130 ਦੇ ਆਸ-ਪਾਸ ਆਉਣ ਲੱਗ ਪਿਆ। ਹੁਣ ਮੈਂ ਕੀ ਕਰਨਾ ਹੈਗਾ, ਆਪਣੀ ਮੈਡੀਸਿਨ ਨੂੰ ਘਟਾ ਲੈਣਾ ਆ। ਜਿਵੇਂ ਮੰਨ ਲਓ ਸਵੇਰ ਦੀ ਡੋਜ਼ ਮੈਂ ਛੱਡ ਦਿੱਤੀ, ਸਿਰਫ ਇੱਕ ਡੋਜ਼ ਸ਼ਾਮ ਦੀ ਰਹਿਣ ਦਿੱਤੀ। ਫਿਰ ਮੈਂ ਕੁਝ ਦਿਨ ਡਾਈਟ ਫੋਲੋ ਕਰਕੇ ਦੇਖਿਆ, ਮੈਂ ਹਲੇ ਵੀ ਇਹੀ ਦੇਖਿਆ ਕਿ ਮੇਰਾ ਬਲੱਡ ਪ੍ਰੈਸ਼ਰ ਉਹਨਾਂ ਹੀ 130-140 ਦੇ ਆਸ-ਪਾਸ ਰਹਿਣ ਲੱਗ ਪਿਆ, ਯਾਨੀ ਕਿ ਡਾਈਟ ਜਿਹੜਾ ਹੈ ਉਹਨੇ ਦਵਾਈ ਦਾ ਕੰਮ ਸਾਂਭ ਲਿਆ ਆ। ਫਿਰ ਮੈਂ ਕੁਝ ਦਿਨ ਡਾਈਟ ਫੋਲੋ ਕਰਾਂਗਾ, ਫਿਰ ਜਦ ਮੇਰਾ 120 ਦੇ ਆਸ-ਪਾਸ ਆਉਣ ਲੱਗ ਪਵੇਗਾ ਤੇ ਮੈਂ ਉਸ ਵਾਲੀ ਜਿਹੜੀ ਇੱਕ ਡੋਜ਼ ਸੀਗੀ ਉਹਨੂੰ ਵੀ ਬੰਦ ਕਰ ਦਾਂਗਾ। ਫਿਰ
ਹਫ਼ਤਾ ਕੁ ਡਾਈਟ ਫੋਲੋ ਕਰਾਂਗਾ, ਫਿਰ ਦੇਖਾਂਗਾ ਕਿੰਨਾ ਮੇਰਾ ਬਲੱਡ ਪ੍ਰੈਸ਼ਰ ਆ ਰਿਹਾ ਹੈ। ਅਜੇ ਵੀ 120 130 ਦੇ ਆਸ-ਪਾਸ ਮੇਰਾ ਬਲੱਡ ਪ੍ਰੈਸ਼ਰ ਰਹਿਣ ਲੱਗ ਪਿਆ, ਇਹਦਾ ਮਤਲਬ ਹੈ ਹੁਣ ਮੈਨੂੰ ਦਵਾਈ ਖਾਣ ਦੀ ਲੋੜ ਨਹੀਂ ਹੈਗੀ। ਹੁਣ ਲਗਾਤਾਰ 3 4 5 6 ਹਫ਼ਤੇ ਮੈਂ ਡਾਈਟ ਫੋਲੋ ਕਰਾਂਗਾ ਤਾਂ ਕਿ ਇਹ ਸਟੇਬਲਾਈਜ਼ ਹੋ ਜਾਵੇ। ਉਸ ਤੋਂ ਬਾਅਦ ਮੰਨ ਲਓ ਤੁਸੀਂ 3 ਮਹੀਨੇ ਚੰਗੀ ਤਰ੍ਹਾਂ ਡਾਈਟ ਫੋਲੋ ਕਰ ਲਈ, ਹੁਣ ਤੁਹਾਡਾ ਕੁਝ ਸਵਾਦਿਸ਼ਟ ਜਾਂ ਕੋਈ ਭੋਜਨ ਪਕਵਾਨ ਖਾਣ ਦਾ ਜੀ ਕਰਦਾ ਹੈ, ਤੁਸੀਂ ਹਫ਼ਤੇ ਵਿੱਚ 1-2 ਵਾਰੀ ਉਹ ਵੀ ਖਾ ਸਕਦੇ ਹੋ। ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਫਲਕਚੁਏਟ ਇੰਨਾ ਜ਼ਿਆਦਾ ਨਹੀਂ ਕਰੂਗਾ, ਨਾਰਮਲ ਰੇਂਜ ਵਿੱਚ ਹੀ ਰਹੂਗਾ। ਸੋ ਇਹ ਮੇਰੀ ਸਾਰਿਆਂ ਨੂੰ ਸਲਾਹ ਹੈਗੀ ਕਿ ਆਪਣੇ ਆਪ ਨੂੰ ਐਜੂਕੇਟ ਕਰੋ। ਅੱਜ ਕੀ ਹੋ ਰਿਹਾ ਹੈ, ਬਹੁਤ ਜ਼ਿਆਦਾ ਲੋਕਾਂ ਨੂੰ ਡਰਾ ਕੇ ਗਲਤ ਦਵਾਈਆਂ ਦੇ ਕੇ ਉਹਨਾਂ ਦੇ ਜੀਵਨ ਜਿਹੜਾ ਹੈਗਾ ਉਹ ਖਰਾਬ ਹੁੰਦਾ ਜਾ ਰਿਹਾ ਹੈ, ਹੈਲਦੀ ਨਹੀਂ ਰਿਹਾ। ਸੋ ਇਹ ਜਿਹੜਾ ਗਿਆਨ ਹੈ ਆਪਣੇ ਤੱਕ ਹੀ ਸੀਮਿਤ ਨਾ ਰੱਖੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲੋਕ ਪੰਜਾਬ ਟੀਵੀ ਜ਼ਰੂਰ ਦੇਖਿਆ ਕਰੋ, ਕਿਉਂਕਿ ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਜਿੰਨੀ ਵੀ ਬਿਮਾਰੀਆਂ ਹੈਗੀਆਂ ਉਹਨਾਂ ਬਾਰੇ ਗਾਈਡੈਂਸ ਦੇਣ ਵਾਲੇ ਹਾਂ, ਤਾਂ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਆਪਣਾ ਹੀ ਇਲਾਜ ਆਪ ਘਰੇ ਬਹਿ ਕੇ ਕਿੱਦਾਂ ਕਰ ਸਕਦੇ ਇਹ ਤੁਹਾਨੂੰ ਸਿਖਾ ਦਾਂਗੇ। ਆਪਣਾ ਡਾਕਟਰ ਤੁਹਾਨੂੰ ਆਪ ਹੀ ਬਣਾ ਦਾਂਗੇ। ਹਾਂਜੀ, ਤੁਹਾਡਾ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਬਹੁਤ ਸੋਹਣਾ ਸੁਨੇਹਾ ਦਿੱਤਾ ਕਿ ਆਪਣੇ ਡਾਕਟਰ ਆਪ ਬਣੋ। ਅੱਜ ਸਮੇਂ ਦੀ ਬਹੁਤ ਵੱਡੀ ਲੋੜ ਵੀ ਹੈ ਕਿ ਜਿੱਥੇ ਅਸੀਂ ਬਹੁਤ ਕੁਝ ਆਪਣੇ ਬਾਰੇ, ਆਪਣੇ ਆਲੇ ਦੁਆਲੇ ਬਾਰੇ ਖਿਆਲ ਰੱਖਦੇ ਹਾਂ, ਉਸ ਤੋਂ ਪਹਿਲੇ ਅਸੀਂ ਆਪਣੀ ਸਿਹਤ ਬਾਰੇ ਜ਼ਰੂਰ ਜਾਗਰੂਕ ਹੋਈਏ। ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨੂੰ ਸਮਾਂ ਦੇਣ ਲਈ। ਸੋ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਤੁਹਾਡੇ ਨਾਲ ਜਿਹੋ ਜਿਹੀ ਸਾਡੇ ਕੋਲ ਮੰਗ ਆਵੇਗੀ ਦਰਸ਼ਕਾਂ ਦੀ, ਉਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।